जी 1302 बोतलां जो कि सरोवर ਦੇ ਵਿੱਚੋਂ ਮਿਲੀਆਂ ਦੁੱਧ ਚੁੰਗਦੇ ਬੱਚੇ ਨੇ ਕਿ ਉਹ ਅੱਤਵਾਦੀ ਸਨ। ਉਹ ਜੋ ਕਸਾਬ ਸੀ ਉਸਨੂੰ ਕਿੰਨੀ ਵਾਰਨਿੰਗ ਦਿੱਤੀ, ਵਾਰਨਿੰਗ ਵੀ ਤਾਂ ਦੇ ਸਕਦੇ ਸੀ ਨਾ, ਕਸਾਬ ਨੂੰ ਫੜਨ ਦੇ ਲਈ ਕਿੰਨੀ ਵਾਰਨਿੰਗ ਦਿੱਤੀ, ਉੱਥੇ ਕਿਉਂ ਨਹੀਂ ਸਾਰਾ ਟੈਂਕਾਂ ਨਾਲ ਹਮਲਾ ਕੀਤਾ। ਪਹਿਲਾਂ ਪੰਜਾਬ ਪੁਲਿਸ ਨੂੰ ਆਫਰ ਕੀਤਾ ਗਿਆ ਕਿ ਅਟੈਕ ਕਰੋ ਤੁਸੀਂ, ਉਹਨਾਂ ਨੇ ਜਵਾਬ ਦਿੱਤਾ। ਫਿਰ BSF ਨੂੰ ਕਿਹਾ, ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਇੰਦਰਾ ਗਾਂਧੀ ਹਮਲਾ ਟਾਲਣਾ ਚਾਹੁੰਦੀ ਸੀ, ਪਰ ਜੋ ਉਸ ਵੇਲੇ ਭਾਜਪਾ ਭਾਈਵਾਲ ਪਾਰਟੀਆਂ ਸਨ ਉਹ ਅੱਗੇ ਹੁਕਮ ਦਾਗ ਦਿੰਦੀਆਂ ਸਨ, ਕਿਉਂਕਿ ਉਸ ਵੇਲੇ ਹਿੰਦੂ ਵੋਟ ਬੈਂਕ ਜ਼ਿਆਦਾ ਸੀ, RSS ਸੀ। ਉਹ ਜੇ ਇੰਦਰਾ ਗਾਂਧੀ ਹਮਲਾ ਨਾ ਕਰਦੀ ਤਾਂ ਉਸ ਦੀ ਸਰਕਾਰ ਟੁੱਟ ਜਾਣੀ ਸੀ ਅਤੇ ਭਾਜਪਾ ਵਰਗੀ ਪਾਰਟੀਆਂ ਨੂੰ ਉਸ ਨੂੰ ਹੁਕੂਮਤ ਮਿਲ ਜਾਣੀ ਸੀ। शुरू हो गया 2000 तक आउंदे आउंदे हर एक वीडियो में सिखां एक कॉमेडी के तौर पे लैन लग पे जी। ये तुहानूं की लगदा इहदे पिछे भी कोई पॉलिटिक्स सीगी, कोई पिंगले पर्वत ते चढ़ के दुष्ट दा दमन कराउंदे ने। ऐसी गुड़ती मिली है शेरां नूं, ऐसी गुड़ती मिली है शेरां नूं, ये शरीर दे मरण नूं मरण नहीं जाणदे, ज़मीर दे मरण नूं मरण गिणदे ने, ज़मीर दे मरण नूं मरण गिणदे ने। तां ही तां मौत भी चुक चुक के सजदा करदी है अणखी मर्द दलेरां नूं, अणखी मर्द दलेरां नूं। भी बत्ती नवां शहर देख रहे हो, मैं तुहाडा अपना परिवारक मैंबर दिनेश सूरी। तुसीं शेयर तो अंदाज़ा ला लेंदे वीडियो किस बाबत होण वाली है। दोस्तों अज दे दिन नूं पंजाबी बड़े ही गमगीन होकर याद करते हैं। मन विच एक झोरा हुंदा है कि जो अज भाणा वापरिया सी उहनूं गलबात दे राहीं टालिया जा सकदा सी, पर अफसोस कि जिहड़ी ये पॉलिटिक्स है ये सानूं टिकण नहीं दिंदी, ये साडे तो साडीआं खुशियां खो लैंदी है। पर फिर भी इत्थे गल होर कहनी चाहांगा कि साडे तो थर थर कंबदे ने पापी, सानूं बाजां वाले दी थापी, अपने झूठ नूं लैके तुरदा फिरदा नज़र आ, तू सच दी गहराई ना नापी, क्योंकि सानूं बाजां वाले दी थापी। अज इतिहास की गल करांगे, अज जानन की कोशिश करांगे जिहड़े साडे शहीद होए ने उन्हां दे मनां विच की भाव सी। हालांकि उस समय मैं प्रेजेंट नहीं सी और जिहड़े साडे अज दे गैसट वो भी प्रेजेंट नहीं सी, पर जद भी दरबार साहब पहुँचते हैं नतमस्तक होण जाने आ, रूह नूं सकून तां मिलदा है, लेकिन उत्थे जिहड़े शहीद होए ने उन्हां दी यादां ने जदों ताज़ियां हुंदियां ने तां दिल ते अल्ले जख्म जिहड़े हुंदे ने वो किते ना किते सानूं ये जरूर मजबूर करदे ने कि साडी प्राप्ति की हुई है, इस बारे जरूर सोचीए। और अज दा जिहड़ा यूथ है वो संत जरनैल भिंडरां वाले बारे की सोचदा है और अपनी सिੱਖੀ बारे उसनूं किन्ना क ज्ञान है, इस ते पूरी गलबात करने साडे नाल मौजूद ने जी जतिंदर जी। जतिंदर वीर हयाले तो ने, असीं पहलां भी तुहानूं इन्हां रूबरू कीता सी, पहला वीर जी का स्वागत कर लैंदे फिर पूरी गलबात करांगे। जतिंदर जी वाहिगुरू जी का खालसा, श्री वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਜਿਨ੍ਹਾਂ ਨੇ ਸਾਨੂੰ ਦੂਸਰੀ ਵਾਰ ਇਹ ਮੌਕਾ ਦਿੱਤਾ। ਸੋ PV ਬੱਤੀ ਚੈਨਲ ਵਾਲਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ ਜੀ। ਜਤਿੰਦਰ ਜੀ अगर ਅੱਜ ਦੇ ਦਿਨ ਦੀ ਗੱਲਬਾਤ ਕਰੀਏ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਸਿੱਖ ਸੰਗਤਾਂ ਰਹਿੰਦੀਆਂ ਨੇ ਜੀ, ਹਰ ਇੱਕ ਦੇ ਮਨ ਵਿੱਚ ਇੱਕ ਪੀੜ ਜਿਹੀ ਹੈ, ਇੱਕ ਦਰਦ ਉਮੜਦਾ ਹੈ ਬਾਰ-ਬਾਰ। ਹਾਂਜੀ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ ਵੀਰ ਜੀ, ਗੁਰਬਾਣੀ ਦਾ ਫਰਮਾਨ ਹੈ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ਼ ਨਾ ਹੋਈ। ਜੇਕਰ ਜ਼ੋਰ ਵਾਲਾ ਬੰਦਾ ਦੂਜੇ ਜ਼ੋਰ ਵਾਲੇ ਬੰਦੇ ਨਾਲ ਲੜੇ ਜਾਂ ਲੜਾਈ ਕਰੇ ਤਾਂ ਕੋਈ ਉਹਦੇ ਵਿੱਚ ਇੱਕ ਦੂਜੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿ ਭਾਵ ਕਿ ਇੱਕ ਤਕੜੇ ਬੰਦੇ ਨੇ ਮਾੜੇ ਬੰਦੇ ਨੂੰ ਕੁੱਟਿਆ, ਕਿਉਂਕਿ ਜੋ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ਼ ਨਾ ਹੋਈ। ਤੇ ਮਨ ਵਿੱਚ ਰੋਸ਼ ਨਹੀਂ ਹੁੰਦਾ ਕਿ ਜੇਕਰ ਤਕੜਾ ਬੰਦਾ ਤਕੜੇ ਬੰਦੇ ਦੇ ਨਾਲ ਲੜੇ। ਠੀਕ ਆ ਜੀ। ਤੇ ਇਹ ਜੋ ਲੜਾਈਆਂ ਜੋ ਜ਼ਬਰ ਹੁੰਦਾ ਆ ਰਿਹਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਹੁੰਦਾ ਆ ਰਿਹਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਬਾਬਰ ਨੇ ਵੀ ਜੋ ਜ਼ੁਲਮ ਕਮਾਇਆ ਉਸੇ ਲੋਕਾਂ ਦੇ ਉੱਤੇ ਕਹਿਰ ਢਾਇਆ। ਗੁਰੂ ਨਾਨਕ ਸਾਹਿਬ ਨੇ ਵੀ ਆਪਣੀ ਬਾਣੀ ਦੇ ਵਿੱਚ ਬਾਬਰ ਨੂੰ ਜਾਬਰ ਆਖਿਆ ਕਿ ਏਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ। ਸੋ ਉਸ ਵੇਲੇ ਤੋਂ ਲੈ ਕਰਕੇ ਹੁਣ ਤੱਕ ਜੋ ਵੀ ਸਰਕਾਰਾਂ, ਜੋ ਵੀ ਹਕੂਮਤ ਤੇ ਤਖਤ ਦੇ ਦਿੱਲੀ ਦੇ ਤਖਤ ਤੇ ਜੋ ਬੈਠਦੇ ਹਨ ਉਹ ਸਰਕਾਰਾਂ ਲੋਕਾਂ ਦੇ ਨਾਲ ਨਾ ਇਨਸਾਫੀ ਕਰਦੇ ਆ ਰਹੇ ਹਨ। ਸੋ ਜੋ ਸਿੱਖ ਜੀਨੋਸਾਈਡ ਜਿਸ ਨੂੰ ਕਿ ਸਿੱਖ ਘੱਲੂਘਾਰਾ ਆਪਾਂ ਕਹਿੰਦੇ ਹਾਂ, ਤੀਜਾ ਘੱਲੂਘਾਰਾ ਦੇ ਰੂਪ ਦੇ ਵਿੱਚ ਆਪਾਂ ਮਨਾਉਂਦੇ ਹਾਂ, ਯਾਦ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ। ਪਹਿਲਾ ਘੱਲੂਘਾਰਾ 1746 ਈਸਵੀ ਨੂੰ ਕਾਹਨੂੰਵਾਨ ਦੀ ਧਰਤੀ 'ਤੇ ਹੋਇਆ, ਜਿਸ 'ਤੇ ਕਿ 7000 ਸਿੱਖਾਂ ਦੀ ਸ਼ਹੀਦੀ ਹੋਈ। ਦੂਸਰਾ ਘੱਲੂਘਾਰਾ ਕੋਪਰ ਹੀੜੇ ਦੀ ਧਰਤੀ 'ਤੇ ਹੋਇਆ, ਜਿਸ ਦੇ ਵਿੱਚ 15 ਤੋਂ 20,000 ਸਿੰਘਾਂ ਦੀ ਸ਼ਹੀਦੀ ਹੋਈ। ਤੀਸਰਾ ਘੱਲੂਘਾਰਾ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ, ਜਿੱਥੇ ਕਿ ਅਨੇਕਾਂ ਸਿੰਘਾਂ ਸਿੰਘਣੀਆਂ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ
ਜਰਨਲ ਸੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਅਤੇ ਅਨੇਕ ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ ਸ਼ਹਾਦਤ ਹੋਈ। ਸੋ ਉਹਨਾਂ ਦੀ ਯਾਦ ਆਪਾਂ ਮਨਾਉਂਦੇ ਹਾਂ। ਇੱਕ ਮਨ ਦੇ ਵਿੱਚ ਬਲਬਲਾ ਉੱਠ ਜਾਂਦਾ ਹੈ ਕਿ ਕਿਵੇਂ ਉਹਨਾਂ ਦੇ ਨਾਲ ਬੀਤੀ ਹੋਵੇਗੀ, ਕਿੰਨੇ ਉਹ ਭੁੱਖੇ ਭਾਣੇ ਉਹਨਾਂ ਦੇ ਸਿੰਘਾਂ ਨੇ ਚਮਕੌਰ ਦੀ ਗੜੀ ਦਾ ਸਾਕਾ ਫਿਰ ਦੁਹਰਾ ਦਿੱਤਾ। ਭੁੱਖਣ ਭਾਣੇ ਸਿੰਘਾਂ ਨੇ, ਕਿਉਂਕਿ ਉਸ ਵੇਲੇ ਦੀ ਹਕੂਮਤ ਕਹਿੰਦੀ ਸੀ ਕਿ ਆਪਾਂ 4 ਘੰਟਿਆਂ ਦੇ ਵਿੱਚ ਫੜ ਕੇ ਭਿੰਡਰਾਂਵਾਲਾ ਦਿੱਲੀ ਲੈ ਜਾਣਾ ਆ। ਉਹ ਸਾਡੇ ਲਈ ਬੜੀ ਮਾਮੂਲੀ ਗੱਲ ਨਹੀਂ ਹੈਗੀ, ਵੱਡੀ ਗੱਲ ਨਹੀਂ ਹੈ। ਪਰ ਦੇਖੋ 72 ਘੰਟੇ ਲੱਗੇ ਉਹਨਾਂ ਨੂੰ ਜੰਗ ਲੜਦਿਆਂ। ਭਾਰਤ ਦੀ ਫੌਜ ਨਹੀਂ ਇਕੱਲੀ, 3 ਦੇਸ਼ਾਂ ਦੀ ਫੌਜ ਨੇ ਆ ਕਰਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ। 72 ਘੰਟੇ ਲੱਗੇ। ਸਭ ਤੋਂ ਜਿੰਨੀਆਂ ਵੀ ਫੌਜ ਤਾਕਤਾਂ ਸੀ ਆਪਣੇ ਹਿੰਦੁਸਤਾਨ ਦੀਆਂ ਸਾਰੀਆਂ ਇਹਨਾਂ ਨੇ ਵਰਤ ਕੇ ਦੇਖ ਲਈਆਂ, ਪਰ ਇਹਨਾਂ ਦੇ ਹੱਥ ਖੜੇ ਹੋ ਗਏ। ਆਖਰ ਨੂੰ ਇਹਨਾਂ ਨੇ ਟੈਂਕਾਂ ਗੋਲਿਆਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਤੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜੀ। ਜਤਿੰਦਰ ਜੀ, ਅਗਰ ਆਪਾਂ ਇਤਿਹਾਸ ਦੀ ਗੱਲ ਕਰੀਏ, ਇਤਿਹਾਸ ਵੇਲੇ ਉਸ ਵੇਲੇ ਜਿਹੜਾ 84 ਦਾ ਸਮਾਂ ਸੀ, ਨਾ ਮੈਂ ਮੌਜੂਦ ਸੀ ਨਾ ਤੁਸੀਂ ਮੌਜੂਦ ਸੀ, ਲੇਕਿਨ ਅਸੀਂ ਜਦੋਂ ਦਰਦ ਨੂੰ ਮਹਿਸੂਸ ਕਰਦੇ ਹਾਂ। ਹਾਂਜੀ। ਹੁਣ ਕੱਲ ਵੀ ਮੈਂ ਵੀਡੀਓਜ਼ ਦੇਖ ਰਿਹਾ ਸੀ YouTube ਤੇ, ਕਿਉਂਕਿ ਸਾਡੇ ਕੋਲ ਇਹੀ ਮਾਧਿਅਮ ਹੈ, ਜਿਹੜੇ ਸਾਡੇ ਬਜ਼ੁਰਗ ਨੇ, ਜਿਹੜੇ ਚਸ਼ਮਦੀਦ ਨੇ, ਜਦੋਂ ਉਹਨਾਂ ਦੀਆਂ ਗੱਲਾਂ ਸੁਣਦੇ ਨੇ। ਹਾਂਜੀ। ਹੁਣ ਵੀ ਮੈਂ ਕੱਲ ਭਾਈ ਅਮਰੀਕ ਸਿੰਘ ਉਹਨਾਂ ਦੇ ਪਰਿਵਾਰ ਦੀਆਂ ਗੱਲਾਂ ਸੁਣਦਾ ਸੀ। ਹਾਂਜੀ। ਉਹ ਜਿਵੇਂ ਜ਼ਿਕਰ ਕਰਦੇ ਨੇ ਕਿ ਖੁਦ ਅਰਦਾਸ ਕਰਦੇ ਨੇ ਕਿ ਅਸੀਂ ਸ਼ਹਾਦਤ ਦੇਣੀ ਹੈ। ਬਿਲਕੁਲ ਜੀ, ਬਿਲਕੁਲ। ਸਮਾਂ ਹੈ, ਅਨਾਉਂਸਮੈਂਟ ਹੋ ਰਹੀ ਹੈ ਕਿ ਜਿਨ੍ਹਾਂ ਨੇ ਜਾਣਾ ਹੈ ਉਹ ਜਾ ਸਕਦੇ ਆ। ਭਾਈ ਅਮਰੀਕ ਸਿੰਘ ਜੀ ਆਪਣੇ ਪਰਿਵਾਰ ਨੂੰ ਜਾ ਕੇ ਕਹਿੰਦੇ ਨੇ ਕਿ ਅਸੀਂ ਅਰਦਾਸ ਕਰ ਚੁੱਕੇ ਹਾਂ, ਅਸੀਂ ਸ਼ਹਾਦਤ ਦੇਣੀ ਹੈ, ਬੱਚੇ ਨੂੰ ਕਿਵੇਂ ਪਾਲਣਾ ਇਹ ਗਾਈਡ ਕਰਦੇ ਨੇ ਆਪਣੀ ਵਾਈਫ ਨੂੰ। ਬਿਲਕੁਲ ਜੀ, ਬਿਲਕੁਲ। ਜਿਵੇਂ ਕਿ ਉਹਨਾਂ ਨੂੰ ਬਿਲਕੁਲ ਗਿਆਨ ਆ ਕਿ ਜਿਹੜਾ ਸਿੱਖੀਜ਼ਮ ਹੈ, ਜਿਹੜਾ ਇਨਜਸਟਿਸ ਹੋ ਰਿਹਾ ਉਹਦੇ ਖਿਲਾਫ ਹੈ, ਔਰ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ। ਇੱਥੇ ਮੈਂ ਤੁਹਾਨੂੰ ਵਿੱਚ ਗੱਲ ਕਹਿਣ ਜਾ ਰਿਹਾ ਕਿ ਬਾਬਾ ਦੀਪ ਸਿੰਘ ਜੀ ਵੇਲੇ ਵੀ ਉਹਨਾਂ ਨੇ ਵੀ ਲਕੀਰ ਖਿੱਚ ਦਿੱਤੀ ਸੀ। ਅੱਛਾ। ਕਿ ਜੋ ਵੀ ਇਹ ਜਾਣਾ ਚਾਹੁੰਦਾ ਜਾ ਸਕਦਾ ਹੈ, ਜਿਹਨੇ ਸਾਡੇ ਨਾਲ ਰਹਿਣਾ ਰਹਿ ਸਕਦਾ। ਉਹਨਾਂ ਨੇ ਵੀ ਇੱਕ ਲਕੀਰ ਖਿੱਚ ਦਿੱਤੀ ਸੀਗੀ। ਸੋ ਭਾਈ ਅਮਰੀਕ ਸਿੰਘ ਜੀ ਹੁਣਾਂ ਨੇ, ਜੋ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਸਨ, ਤੇ ਇਹਨਾਂ ਨੇ ਅਰਦਾਸ ਕਰਕੇ ਆਪਣਾ ਸਰੀਰ ਦਾ ਮੁੱਲ ਤਾਰਿਆ। ਇੱਕ ਗੁਰੂ ਦੇ ਅੱਗੇ ਅਰਦਾਸ ਦੀ ਉਹ ਬੇਨਤੀ ਨੂੰ ਜੋ ਕਿ ਕੀਤੀ ਸੀ, ਗੁਰੂ ਸਾਹਿਬ ਨੇ ਉਹਨਾਂ ਦੀ ਅਰਦਾਸ ਬੇਨਤੀ ਰੱਖ ਲਈ। ਦੇਖੋ, ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦੇ ਫਲਸਫੇ ਦੇ ਤੁਰੇ ਨੇ ਕਿ ਉਹਨਾਂ ਨੂੰ ਮੌਕਾ ਵੀ ਮਿਲ ਰਿਹਾ ਸੀ ਕਿ ਉਹ ਛੱਡ ਕੇ ਮੈਦਾਨ ਛੱਡ ਕੇ ਭੱਜ ਸਕਦੇ ਸੀ, ਪਰ ਜਿਹੜਾ ਯੋਧਾ ਹੁੰਦਾ ਉਹਨੂੰ ਰਣ ਭੂਮੀ ਨਾਲ ਪਿਆਰ ਹੁੰਦਾ। ਮੈਂ ਜ਼ਰੂਰ ਚਾਹੁੰਦਾ ਕਿ ਇਹਦੇ ਆਪਾਂ ਥੋੜਾ ਵਿਚਾਰ ਹੋਰ ਕਰੀਏ। ਭਾਈ ਅਮਰੀਕ ਸਿੰਘ ਉਹਨਾਂ ਬਾਰੇ ਥੋੜੀ ਜਿਹੀ ਜਾਣਕਾਰੀ ਜਿੰਨੀ ਕਿ ਤੁਹਾਡੇ ਕੋਲ, ਤੁਸੀਂ ਸਾਡੀ ਜਨਤਾ ਨਾਲ ਜ਼ਰੂਰ ਜਿਹੜੀ ਸਾਂਝੀ ਕਰੋ। ਦੇਖੋ ਵੀਰ ਜੀ, ਗੱਲ ਇੱਦਾਂ ਹੈ ਕਿ ਜਿਹੜੀ ਆਪਾਂ ਅੱਜ ਦੇ ਸਮੇਂ ਦੇ ਵਿੱਚ ਪੋਲੀਟਿਕਸ ਆ, ਜੋ ਕਿ ਨੇਤਾ ਇਹਨਾਂ ਨੇ ਲੜਾਈ ਹਿੰਦੂ ਸਿੱਖ, ਹਿੰਦੂ ਮੁਸਲਮਾਨ ਦੀ ਬਣਾ ਦਿੱਤੀ। ਕਿਉਂਕਿ ਗੁਰੂ ਸਾਹਿਬ ਜੀ ਦੇ ਵੇਲੇ ਜੋ ਕਵੀ ਸਨ, ਉਹਨਾਂ ਦੇ ਵਿੱਚ ਹਿੰਦੂ ਕਵੀ ਵੀ ਸਨ, ਗੁਰੂ ਗੋਬਿੰਦ ਸਿੰਘ ਜੀ ਵੇਲੇ। ਠੀਕ ਹੈ ਜੀ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਛੀਵਾੜੇ ਦੇ ਜੰਗਲ ਤੋਂ ਉੱਚਦਾ ਪੀਰ ਲੈ ਕੇ ਆਏ, ਗਨੀ ਖਾਨ ਨਬੀ ਖਾਨ, ਉਹ ਮੁਸਲਮਾਨ ਸਨ। ਦਰਬਾਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਪੀਰ ਨੇ ਰੱਖੀ। ਠੀਕ ਹੈ ਜੀ। ਤੇ ਆਪਣੇ ਲੋਕਾਂ ਨੇ ਅੱਜ ਦੇ ਸਮੇਂ ਦੇ ਵਿੱਚ ਇਹੀ ਭਰਮ ਭੁਲੇਖਾ ਪਾਇਆ ਜਾ ਰਿਹਾ ਕਿ ਹਿੰਦੂ ਸਿੱਖ ਦੀ ਲੜਾਈ ਹੈ, ਹਿੰਦੂ ਮੁਸਲਮਾਨ ਦੀ ਲੜਾਈ ਹੈ। ਜਦ ਕਿ ਤੁਸੀਂ ਮੰਨਦੇ ਹੋ ਹਿੰਦੂ ਸਿੱਖ ਦੀ ਲੜਾਈ ਹੈ? ਨਹੀਂ, ਬਿਲਕੁਲ ਨਹੀਂ। ਆਪਾਂ ਨਵੇਂ ਸ਼ਹਿਰ ਵਿੱਚ ਵੀ ਰਹਿੰਦੇ, ਅਗਰ ਗੱਲ ਕਰੀਏ ਕਿੰਨੀ ਸਾਂਝੀ ਵਾਰਤਾ ਹੈ, ਹਰੇਕ ਅਨੇਕਤਾ ਵਿੱਚ ਏਕਤਾ ਦੀ ਗੱਲ ਹੈ। ਸਾਰੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ, ਇੱਕ ਦੂਜੇ ਦੇ ਜਿਹੜੇ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਵੱਧ ਚੜ ਕੇ ਮਨਾਉਂਦੇ ਨੇ। ਦੇਖੋ ਵੀਰ ਜੀ, ਗੁਰਬਾਣੀ ਵਿੱਚ ਲਿਖਿਆ ਹੈ, ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਥਾਰ ਕੀਓ, ਉਗਰ ਸੈਣ ਕੋ ਰਾਜ, ਅਭੈ ਭਗਤੈ ਜੰਦੀਓ, ਕਲ ਯੁਗ ਪ੍ਰਮਾਣ ਨਾਨਕ ਗੁਰ, ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ, ਆਦ ਪੁਰਖ ਫਰਮਾਇਓ। ਤੇ ਚਾਰਾਂ ਯੁੱਗਾਂ ਦੇ ਵਿੱਚ ਦੱਸਿਆ ਕਿ ਚਾਰਾਂ ਯੁੱਗਾਂ ਦੇ ਵਿੱਚ ਕਿਹੜੇ ਕਿਹੜੇ ਮਹਾਂਪੁਰਸ਼ ਆਏ ਆ। ਦੇਖੋ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਧੱਕੇ ਦੇ ਨਾਲ ਜਨੇਊ ਪਾਉਣ ਲੱਗੇ ਸੀ, ਉਹਨਾਂ ਨੇ ਜਨੇਊ ਪੈਣ ਨਹੀਂ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਵੇਲੇ ਹਿੰਦੂਆਂ ਦਾ ਧੱਕੇ ਨਾਲ ਜਨੇਊ ਲਾ ਰਹੇ ਸੀ ਤੇ ਉਹਨਾਂ ਨੇ ਲਾਣ ਨਹੀਂ ਦਿੱਤਾ। ਵਾਹ ਜੀ ਵਾਹ। ਇਹ ਗੱਲ ਵੈਸੇ ਸੋਚਣ ਵਾਲੀ ਗੱਲ ਹੈ ਕਿ ਪਹਿਲਾਂ ਧੱਕੇ ਨਾਲ ਪਾ ਰਹੇ ਸੀ ਤਾਂ ਪਾਣ ਨਹੀਂ ਦਿੱਤਾ, ਲਾ ਰਹੇ ਸੀ ਤਾਂ ਲਾਣ ਵੀ ਨਹੀਂ ਦਿੱਤਾ। ਦੇਖੋ, ਉਹ ਇੱਕ ਜ਼ੁਲਮ ਦੇ ਖਿਲਾਫ ਸੀ, ਨਾ ਕਿ ਕਿਸੇ ਪਹਿਲਾਂ ਭਰਮ ਭੁਲੇਖੇ ਦੇ ਖਿਲਾਫ ਸੀ, ਫਿਰ ਜ਼ੁਲਮ ਦੇ ਖਿਲਾਫ ਸੀ। ਜੀ ਬਿਲਕੁਲ, ਉਹਨਾਂ ਨੇ ਜ਼ੁਲਮ ਦੇ ਖਿਲਾਫ ਸੀ ਕਿ ਧੱਕੇ ਨਾਲ ਕੋਈ ਵੀ ਕੰਮ ਨਹੀਂ ਕਰਨ ਦਿੱਤਾ ਉਹਨਾਂ ਨੇ। ਠੀਕ ਹੈ ਜੀ। ਆਪਣੇ ਲੋਕਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਇਹ ਭੁਲੇਖਾ ਪਾਇਆ ਜਾ ਰਿਹਾ ਕਿ ਹਿੰਦੂ ਸਿੱਖ ਦੀ ਲੜਾਈ, ਹਿੰਦੂ ਮੁਸਲਮਾਨ ਦੀ ਲੜਾਈ ਹੈ। ਹੁਣ ਵੀਰ ਜੀ, ਆਪਾਂ ਬੈਠੇ ਦੋ ਸਾਹਮਣੇ, ਆਪਾਂ ਨਾਲ ਕਿੰਨਾ ਪ੍ਰੇਮ ਪਿਆਰ ਹੈ। ਹੁਣ ਮੰਨ ਲਓ ਤੁਸੀਂ ਅੰਮ੍ਰਿਤਧਾਰੀ ਨਹੀਂ ਹੋ ਕਿ ਆਪਣਾ ਕੋਈ ਆਪਣਾ ਦੋਨਾਂ ਦੇ ਵਿੱਚ ਕੋਈ ਬੈਰ ਵਿਰੋਧ ਹੈ। ਦੇਖੋ, ਤੁਸੀਂ ਤਾਂ ਇੱਕ ਫੌਜ ਹੋ, ਗੁਰੂ ਦੀ ਚੱਲਦੀ ਫਿਰਦੇ ਸੋਲਜਰਸ ਹੋ, ਤਾਂ ਕਿ ਤੁਸੀਂ ਉਹ ਤਾਂ ਆਮ ਜਨਤਾ ਨੂੰ ਪਤਾ ਕਿ ਅਸੀਂ ਸੁਰੱਖਿਅਤ ਹਾਂ, ਕਿ ਗੁਰੂ ਦਾ ਯੋਧਾ ਇੱਥੇ ਮੌਜੂਦ ਹੈ, ਗੁਰੂ ਦਾ ਜਿਹੜਾ ਸੋਲਜਰ ਹੈ, ਫੌਜੀ ਇੱਥੇ ਮੌਜੂਦ ਹੈ, ਹਰ ਵੇਲੇ ਮੌਜੂਦ ਹੈ ਜੀ। ਇੱਕ ਹੋਰ ਬੜਾ ਭਰਮ ਭੁਲੇਖਾ ਹੈ ਜਤਿੰਦਰ ਜੀ। ਨਾਰਮਲੀ ਨਾ ਇਹ ਕਿਹਾ ਜਾਂਦਾ ਹੈ ਕਿ ਸੰਤ ਜੀ ਹਿੰਦੂਆਂ ਦੇ ਖਿਲਾਫ ਬੋਲਦੇ ਸੀ। ਮੈਂ ਪਰਸੋਂ ਚੌਥ ਤੋਂ ਬਹੁਤ ਸਰਚ ਆਊਟ ਕਰ ਰਿਹਾ ਕਿਉਂਕਿ ਜਿਹੜੇ 6 ਦਿਨ ਨੇ ਪੰਜਾਬੀਆਂ ਲਈ ਜਾਂ ਜਿਹਨਾਂ ਦਾ ਜ਼ਮੀਰ ਜਾਗਦਾ ਉਹਨਾਂ ਲਈ ਬੜੇ ਅਹਿਮ ਨੇ। ਇਹਨਾਂ ਦਿਨਾਂ ਵਿੱਚ ਯਾਦ ਆਉਂਦੀ ਹੈ ਜਿਨ੍ਹਾਂ ਤੇ ਤਸ਼ੱਦਦ ਹੋਈ ਹੈ, ਉਹਨਾਂ ਬਾਰੇ ਗੱਲਬਾਤ ਕਰਦੇ ਆ, ਵਿਚਾਰ ਵਟਾਂਦਰੇ ਕਰਦੇ ਆ, ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਜੋ ਉਹਨਾਂ ਨੇ ਦਰਦ ਤਨ ਤੇ ਹੰਢਾਇਆ।
ਪਰ ਮੈਂ ਇਹ ਸੱਚੀਓ ਦੱਸਣਾ ਚਾਹੁੰਦਾ, ਨਿਰਸੰਕੋਚ ਦੱਸਣਾ ਚਾਹੁੰਦਾ, ਮੈਨੂੰ ਕੋਈ ਸੰਕੋਚ ਨਹੀਂ ਹੈ। ਵੀਡੀਓਜ਼ ਬੜੀਆਂ ਸਰਚ ਆਊਟ ਕੀਤੇ, ਲੇਕਿਨ ਕੋਈ ਇਹੋ ਜਿਹੀ ਮੈਨੂੰ ਵੀਡੀਓ ਪੂਰੀ ਨਹੀਂ ਮਿਲੀ ਲੈਂਥ ਦੀ, ਜਿਹਦੇ ਵਿੱਚ ਸੰਤ ਸਾਹਿਬ ਨੇ ਗੱਲ ਕੀਤੀ ਹੋਵੇ, ਸੰਤ ਸਿਪਾਹੀ ਨੇ ਗੱਲ ਕੀਤੀ ਹੋਵੇ। ਉਹ ਤਾਂ ਹਮੇਸ਼ਾ ਸਾਂਝੀ ਵਾਰਤਾ ਦੀ ਗੱਲ ਕਰਦੇ ਸੀ, ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਸੀ, ਕਹਿੰਦੇ ਸੀਗੇ ਕਿ ਇਹਦੇ ਵਿੱਚ ਹਰੇਕ ਧਰਮ ਦੇ ਜਿਹੜੇ ਕਵੀਸ਼ਰ ਨੇ ਉਹਨਾਂ ਦੀ ਬਾਣੀ ਹੈ। ਤਾਂ ਜਤਿੰਦਰ ਜੀ ਇਹਦੇ ਬਾਰੇ ਜ਼ਰੂਰ ਤੁਸੀਂ ਵੀ ਚਾਨਣਾ ਪਾਓ। ਦੇਖੋ ਵੀਰ ਜੀ, ਨਾ ਗੁਰਬਾਣੀ ਵਿੱਚ ਲਿਖਿਆ ਹੈ, ਖੱਤਰੀ ਬ੍ਰਾਹਮਣ ਸੂਦ ਬੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਚਾਰਾਂ ਵਰਨਾਂ ਦੇ ਲਈ ਉਪਦੇਸ਼ ਗੁਰਬਾਣੀ ਦੇ ਸਾਰਿਆਂ ਲਈ ਸਾਂਝੀ ਬਾਲਤਾ ਦਾ ਉਪਦੇਸ਼ ਹੈ ਜੀ। ਦੇਖੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ, ਤੇ ਇਹਨਾਂ ਨੇ ਜੇਲ੍ਹ ਦੇ ਵਿੱਚ, ਕਿਸੇ ਜੇਲ੍ਹ ਦੇ ਵਿੱਚ ਸ਼ਿਵ ਜੀ ਮਹਾਰਾਜ ਜੀ ਦਾ ਮੰਦਿਰ ਬਣਵਾ ਕੇ ਦਿੱਤਾ ਉੱਥੇ। ਇੱਕ ਫਿਰ ਉਹ ਇਨਸਾਨ ਹਿੰਦੂਆਂ ਦੇ ਖਿਲਾਫ ਹੋ ਸਕਦੇ ਨੇ। ਇੱਕ ਜੇਲ੍ਹ ਦੇ ਵਿੱਚ ਕੁਰਾਨ ਸ਼ਰੀਫ ਸੜ ਗਿਆ ਸੀ ਤੇ ਉਹਨਾਂ ਨੂੰ ਕੁਰਾਨ ਸ਼ਰੀਫ ਲਿਆ ਕੇ ਦਿੱਤਾ। ਦੱਸੋ, ਜੋ ਇਨਸਾਨ ਸਾਂਝੀ ਬਾਲਤਾ ਦਾ ਉਪਦੇਸ਼ ਦਿੱਤਾ ਜਾ ਰਿਹਾ, ਉਹਨਾਂ ਨੂੰ ਇੱਕ ਦੂਜੇ ਇੱਕ ਫਿਰਕੂ ਦੇ ਖਿਲਾਫ ਭੜਕਾਇਆ ਜਾ ਰਿਹਾ ਕਿ ਭੜਕਾਊ ਬਿਆਨ ਦੇ ਰਹੇ ਨੇ। ਬਿਲਕੁਲ ਨਹੀਂ, ਉਹ ਕੇਵਲ ਤੇ ਕੇਵਲ ਜ਼ੁਲਮ ਦੇ ਖਿਲਾਫ ਸਨ, ਆਜ਼ਾਦੀ ਪਸੰਦ ਸਨ ਕਿ ਸਾਨੂੰ ਉਸ ਵੇਲੇ ਤੁਹਾਨੂੰ ਉਹ ਆਪਾਂ ਗਾਹਾਂ ਦੱਸਾਂਗੇ ਕਿ ਕਿਹੜੀਆਂ ਮੰਗਾਂ ਸਨ, ਕਿਵੇਂ ਕਰਕੇ ਉਹਨਾਂ ਦੇ ਨਾਲ ਫਿਰ ਗਾਹਾਂ ਵਿਤਕਰਾ। ਅੱਛਾ, ਇੱਕ ਸਵਾਲ ਦਾ ਜ਼ਰੂਰ ਜਵਾਬ ਦਿਓ, ਕਿਉਂਕਿ ਤੁਸੀਂ ਇਤਿਹਾਸ ਨਾਲ ਜੁੜੇ ਹੋਏ ਹੋ, ਤੁਹਾਨੂੰ ਅੱਛਾ ਗਿਆਨ ਹੈ ਔਰ ਨਾਲ ਦੀ ਨਾਲ ਤੁਸੀਂ ਸਮਝਾ ਵੀ ਰਹੇ ਹੋ। ਕਿਤੇ ਇਹ ਤਾਂ ਨਹੀਂ ਕਾਰਨ ਸੀ ਕਿ ਜਿਹੜੇ ਉਸ ਵੇਲੇ ਦੇ ਮੌਕੇ ਦੇ ਮੌਜੂਦਾ ਉਸ ਸਮੇਂ ਵਿੱਚ ਜਿਹੜੇ ਪੋਲੀਟੀਸ਼ੀਅਨ ਸੀ, ਉਹਨਾਂ ਨੂੰ ਸ਼ਾਇਦ ਥੋੜਾ ਨਜ਼ਰ ਆ ਰਿਹਾ ਹੋਣਾ ਕਿ ਸੰਤ ਜੀ ਮਸ਼ਹੂਰ ਵੀ ਬਹੁਤ ਹੋ ਗਏ ਨੇ ਤੇ ਮਹਾਨ ਵੀ ਲੋਕਾਂ ਦੀ ਨਜ਼ਰਾਂ ਵਿੱਚ ਬਹੁਤ ਸਨ, ਕਿਉਂਕਿ ਲੋਕ ਦੀਨ ਦੁਖੀ ਆਪਣੇ ਦੁੱਖ ਲੈ ਕੇ ਉਹਨਾਂ ਕੋਲ ਪਹੁੰਚਦੇ ਸੀਗੇ। ਪਾਰ ਉੱਥੇ ਪਹੁੰਚਿਆ ਸੀ ਔਰ ਵਾਰ-ਵਾਰ ਕਹਿ ਰਿਹਾ ਸੀ ਕਿ ਸਾਡੇ ਜਿਹੜੇ ਲੜਕਾ ਪਰਿਵਾਰ ਜਿੱਥੇ ਬੇਟੀ ਵਿਆਹੀ ਹੈ ਉਹ ਤੰਗ ਪਰੇਸ਼ਾਨ ਕਰਦਾ ਹੈ, ਤੇ ਉਹਨਾਂ ਨੇ ਉਹਨਾਂ ਦੀ ਹਮਾਇਤ ਕੀਤੀ, ਮਦਦ ਕੀਤੀ, ਬਲਕਿ ਉਹ ਜਿਹੜਾ ਲੜਕੀ ਦਾ ਪਰਿਵਾਰ ਸੀ ਉਹ ਹਿੰਦੂ ਪਰਿਵਾਰ ਸੀ। ਤਾਂ ਇਸ ਤੋਂ ਬਾਅਦ ਵੀ ਕਈ ਵੇਲੇ ਕਹਿ ਦੇਣਾ ਕਿ ਉਹ ਹਿੰਦੂਆਂ ਦੇ ਖਿਲਾਫ ਸੀਗੇ ਸੰਤ ਜੀ, ਤਾਂ ਇਹ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਜਾਣ ਬੁੱਝ ਕੇ ਕੋਈ ਨੌਂਦਰਾ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਦੇਖੋ ਭਾਜੀ, ਗੱਲ ਇਸ ਤਰ੍ਹਾਂ ਹੈ ਕਿ ਜੋ ਇਹ ਸਾਰਾ ਵਾਕਿਆ ਸ਼ੁਰੂ ਹੋਇਆ ਨਾ, ਜੋ ਨਿਰੰਕਾਰੀ ਕਾਂਡ ਹੋਇਆ, ਨਿਰੰਕਾਰੀ ਮਿਸ਼ਨ ਕੀ ਆ, ਇਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਹਾਂ। 1851 ਈਸਵੀ ਨੂੰ 1851 ਨੂੰ ਰਾਵਲਪਿੰਡੀ ਦੇ ਵਿਖੇ ਇੱਕ ਸੰਤ ਹੋਏ ਆ ਬਾਬਾ ਦਿਆਲ ਜੀ, ਜੋ ਕਿ ਧੰਨ ਨਿਰੰਕਾਰ ਆਖਦੇ ਸੀ। ਸੋ ਉਹ ਪਰਮਾਤਮਾ ਦੇ ਨਾਲ ਜੁੜੇ ਹੋਏ ਮਹਾਂਪੁਰਸ਼ ਸੀ ਤੇ ਲੋਕੀ ਉਹਨਾਂ ਦੀ ਬਹੁਤ ਪੂਜਾ ਕਰਦੇ ਸੀਗੇ। ਉਹਨਾਂ ਦਾ ਗਾਹਾਂ ਪੁੱਤਰ ਹੋਇਆ ਦਰਬਾਰਾ ਸਿੰਘ, ਦਰਬਾਰਾ ਸਿੰਘ ਦਾ ਪੁੱਤਰ ਹੋਇਆ ਹਰਾ ਸਿੰਘ, ਹਰਾ ਸਿੰਘ ਦਾ ਪੁੱਤਰ ਹੋਇਆ ਰਾਮਦਿੱਤਾ ਦਾ ਪੁੱਤਰ ਹੋਇਆ ਬਾਬਾ ਦਿਆਲ ਜੀ, ਠੀਕ ਆ ਜੀ, ਹਰਦਿਆਲ ਸਿੰਘ ਜੀ। ਤੇ 1925 ਦੇ ਵਿੱਚ ਦਰਬਾਰਾ ਸਿੰਘ ਦੇ ਡੇਰੇ ਦੇ ਵਿੱਚ, ਦਰਬਾਰ ਦੇ ਵਿੱਚ ਬੂਟਾ ਸਿੰਘ ਨਾਮ ਦਾ ਇੱਕ ਸ਼ਖਸ ਕੀਰਤਨ ਕਰਦਾ ਹੁੰਦਾ ਸੀ ਰਾਵਲਪਿੰਡੀ ਵਿਖੇ। ਠੀਕ ਹੈ ਜੀ। ਰਾਵਲਪਿੰਡੀ ਵਿਖੇ ਕੀਰਤਨ ਕਰਦਾ ਹੁੰਦਾ ਸੀ ਬੂਟਾ ਸਿੰਘ ਨਾਮ ਦਾ ਬੰਦਾ, ਤੇ ਉਹ ਕੁਕਰਮ ਕਰਨ ਲੱਗ ਪਿਆ, ਜਾਣ ਕੇ ਸ਼ਰਾਬਾਂ ਪੀਣ ਲੱਗ ਪਿਆ, ਨਸ਼ੇ ਕਰਨ ਲੱਗ ਪਿਆ। ਉਸ ਨੂੰ ਡੇਰੇ ਦੇ ਵਿੱਚੋਂ ਕੱਢ ਦਿੱਤਾ ਗਿਆ। ਡੇਰੇ ਦੇ ਵਿੱਚ ਕੱਢ ਦਿੱਤਾ ਗਿਆ। ਜਦੋਂ 47 ਦੀ ਵੰਡ ਹੋਈ, ਉਹ ਦਿੱਲੀ ਵਿਖੇ ਆ ਕੇ ਰਹਿਣ ਲੱਗ ਪਿਆ। ਦਿੱਲੀ ਵਿਖੇ ਆ ਕੇ ਉਹਨੇ ਆਪਣਾ ਵੱਖਰਾ ਡੇਰਾ ਚਲਾਇਆ। ਡੇਰੇ ਚਲਾਉਣ ਤੋਂ ਬਾਅਦ ਉਸ ਦਾ ਪੁੱਤਰ, ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਗੁਰਬਚਨਾ ਨਿਰੰਕਾਰੀ ਤੇ ਨਰਕ ਧਾਰੀਏ ਦੋ ਮਿਸ਼ਨ ਵੱਖਰੇ ਸਨ, ਜਿਹਨੂੰ ਕਿ ਆਪਾਂ ਨਰਕ ਧਾਰੀਏ ਕਹਿੰਦੇ। ਉਹ ਨਰਕ ਧਾਰੀਏ ਗੁਰਬਚਨ ਨਰਕ ਧਾਰੀਏ ਸਨ, ਨਿਰੰਕਾਰੀ ਹੋਰ ਸਨ। ਨਿਰੰਕਾਰੀ ਕਿਹੜੇ ਕਿ ਬਾਬਾ ਦਿਆਲ ਜੀ, ਜਿਹੜੇ ਕਿ ਪਰਮਾਤਮਾ ਦੇ ਨਾਲ ਜੁੜੇ ਹੋਏ ਸਨ, ਠੀਕ ਆ ਜੀ। ਤੇ ਜੋ ਬੂਟਾ ਸਿੰਘ ਸੀ ਉਹ ਦਿੱਲੀ ਵਿਖੇ ਆ ਗਿਆ 1925 ਨੂੰ। ਉਸ ਤੋਂ ਮੌਤ ਤੋਂ ਬਾਅਦ ਉਸ ਦਾ ਪੁੱਤਰ ਗੁਰਬਚਨਾ ਨਰਕ ਧਾਰੀਆ ਗੱਦੀ ਤੇ ਬੈਠਾ। ਉਸਨੇ ਤਾਂ ਹੱਦੇ ਕਰ ਦਿੱਤੀ। ਉਸਨੇ ਕਿ ਜਿਵੇਂ ਕਿ ਗੁਰੂ ਸਾਹਿਬ ਜੀ ਨੇ 5 ਪਿਆਰੇ ਥਾਪੇ ਸਨ, ਉਸਨੇ 7 ਸਿਤਾਰੇ ਸਥਾਪਤੇ ਤੇ ਉਹਨਾਂ ਦੇ ਨਾਮ, ਆਪਣੇ ਚੇਲਿਆਂ ਦੇ ਨਾਮ ਭਾਈ ਦਇਆ ਸਿੰਘ, ਭਾਈ ਹਿੰਮਤ ਸਿੰਘ, ਮਾਈ ਭਾਗੋ, ਇੱਦਾਂ ਆਪਣੇ ਚੇਲਿਆਂ ਦੇ ਨਾਮ ਰੱਖ ਦਿੱਤੇ। 7 ਸਿਤਾਰੇ ਥਾਪਣ ਦਾ ਕਾਰਨ ਕੀ ਸੀ ਜਤਿੰਦਰ ਜੀ? ਉਹ ਗੱਦੀ ਤੇ ਬੈਠਾ ਜੀ, ਉਸ ਨਾਲ ਕਾਰਨ ਇਹ ਸੀ ਕਿ ਸਿੱਖਾਂ ਨੂੰ ਚੜਾਉਣ ਦਾ ਕੰਮ ਕਰ ਰਿਹਾ ਸੀ। ਉਹ ਸਿੱਖਾਂ ਨੂੰ ਚੜਾਉਣ ਦਾ ਉਸਨੂੰ ਸ਼ਾਇਦ ਹੀ ਸਰਕਾਰ ਦੇ ਵੱਲੋਂ ਮਿਲੀ ਹੋਈ। ਉਸਨੇ ਪਹਿਲਾਂ ਵੀ 47 ਤੋਂ ਬਾਅਦ ਤੋਂ ਲੈ ਕੇ ਉਸਨੇ ਤਾਂ ਥਾਂ ਤੇ ਵਿਰੋਧ ਵੀ ਉਸਦਾ ਹੁੰਦਾ ਰਿਹਾ, ਪਰ ਉਹ ਹਟਿਆ ਨਹੀਂ। ਉਸਨੇ ਜਿੱਥੇ ਵੀ ਉਸਦਾ ਕੀਰਤਨ ਹੁੰਦਾ, ਉਹ ਸਿੱਖ ਜਾ ਕੇ ਉਸਦਾ ਵਿਰੋਧ ਕਰਦੇ। 1978 ਦੀ ਵਿਸਾਖੀ ਨੂੰ ਅੰਮ੍ਰਿਤਸਰ ਦੀ ਸਾਹਿਬ ਦੀ ਧਰਤੀ ਦੇ ਉੱਤੇ ਰੇਲਵੇ ਰੋਡ ਦੇ ਫਾਟਕ ਦੇ ਕੋਲ ਉਸਨੇ ਆਪਣਾ ਜਲੂਸ ਇੱਕ ਕੱਢਿਆ, ਬਹੁਤ ਸਾਰਾ ਵੱਡਾ ਜਲੂਸ ਕੱਢਿਆ। 1978 ਦੀ ਵਿਸਾਖੀ ਨੂੰ 13 ਅਪ੍ਰੈਲ ਨੂੰ ਉਸਨੇ ਗੱਦੀ ਤੇ ਬੈਠ ਕਰਕੇ, ਉਸ ਦੀ ਘਰਵਾਲੀ ਦਾ ਨਾਮ ਸੀ ਕੁਲਵੰਤ ਕੌਰ, ਠੀਕ ਆ ਜੀ, ਕੁਲਵੰਤ ਕੌਰ ਉਸ ਦੀ ਘਰਵਾਲੀ ਦਾ ਨਾਮ ਸੀ। ਉਹ ਗੱਦੀ ਤੇ ਬੈਠ ਕਰਕੇ ਜਦ ਬੈਠਦਾ ਸੀ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬੇ ਦੇ ਉੱਪਰ ਪੈਰ ਰੱਖ ਕੇ ਆਪਣੀ ਗੱਦੀ ਤੇ ਬੈਠਦਾ ਸੀ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗਾਂ ਨੂੰ ਵੀ ਉਹ ਤਾਂ ਮਾਮੂਲੀ ਜਿਹੇ ਪੰਨੇ ਸਾਂਭਦਾ ਸੀਗਾ, ਕੋਈ ਵੱਡੀ ਉਹਨਾਂ ਦਾ ਆਦਰ ਸਤਿਕਾਰ ਨਹੀਂ ਕਰਦਾ ਸੀਗਾ। ਇਸ ਤੋਂ ਉਪਰੰਤ ਇਸ ਨਾਲ ਠੇਸ ਤਾਂ ਪਹੁੰਚਦੀ ਹੈ। ਬਿਲਕੁਲ ਜੀ, ਬਿਲਕੁਲ। ਉਸਨੇ ਕਿ
ਇੱਥੋਂ ਤੱਕ ਕਿ ਆਪਣੇ 17 ਦੇ ਜਿਹੜੇ ਥਾਪੇ ਸੀ ਉਹ 5 ਪਿਆਰਿਆਂ ਦੇ ਨਾਮ, ਜਿੰਨੇ ਗੁਰੂ ਸਾਹਿਬਾਨ ਜੀ ਦੇ ਸਿੱਖ ਹੋਏ ਉਹਨਾਂ ਦੇ ਨਾਮ ਤੇ ਆਪਣੇ 17 ਦੇ ਨਾਮ ਰੱਖੇ। ਉਸਨੇ ਇੱਕ ਹੋਰ ਐਲਾਨ ਕੀਤਾ ਕਿ 35 ਸਾਲ ਤੱਕ ਕੋਈ ਵੀ ਬੰਦਾ ਆਪਣੀ ਕਿਸੇ ਵੀ ਸਕੇ ਸੰਬੰਧੀ ਨਾਲ ਵਿਆਹ ਕਰ ਸਕਦਾ ਹੈ, ਉਸ ਨਾਲ ਸੰਭੋਗ ਕਰ ਸਕਦਾ ਹੈ, ਸਰੀਰਕ ਸੰਬੰਧ ਬਣਾ ਸਕਦਾ ਸਕੇ ਸੰਬੰਧੀ ਨਾਲ। ਹਾਂਜੀ ਬਿਲਕੁਲ ਜੀ ਬਿਲਕੁਲ। ਆਪ ਜੀ ਜੇ ਮੇਰੀ ਗੱਲ ਝੂਠ ਲੱਗਦੀ ਹੈ ਤਾਂ ਆਪ ਜੀ ਸਾਕਾ ਨੀਂਦਲ ਤਾਰਾ ਕੁਲਦੀਪ ਬਰਾੜ ਦੀ ਲਿਖੀ ਹੋਈ ਬੁੱਕ ਹੈ, ਜਿਨ੍ਹਾਂ ਨੇ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ, ਅਟੈਕ ਕੀਤਾ, ਉਹਨਾਂ ਦੀ ਬੁੱਕ ਪੜ੍ਹ ਸਕਦੇ ਹੋ। ਕੋਈ ਮੈਂ ਆਪਣੇ ਕੋਲ ਨਹੀਂ ਗੱਲ ਕਹਿ ਰਿਹਾ, ਬਕਾਇਦਾ ਤੁਸੀਂ ਉਹਨਾਂ ਦੀ ਬੁੱਕ ਪੜ੍ਹ ਸਕਦੇ ਹੋ। ਇੱਥੋਂ ਤੱਕ ਕਿ ਉਹਨਾਂ ਨੇ ਕੀ ਕੀਤਾ, ਗੁਰਬਚਨ ਨਿਰੰਕਾਰੀਏ, ਉਹਨਾਂ ਨੇ ਬੂਟਾ ਸਿੰਘ ਦਾ ਪੁੱਤਰ ਹੋਇਆ ਸੀ ਅਵਤਾਰ ਸਿੰਘ, ਉਹਨਾਂ ਨੇ ਆਪਣੇ ਨਾਮ ਦੇ ਉੱਤੇ ਇੱਕ ਗ੍ਰੰਥ ਬਣਾ ਲਿਆ। ਗ੍ਰੰਥ ਕਿਹੜਾ ਬਣਾਇਆ? ਅਵਤਾਰ ਬਾਣੀ। ਅਵਤਾਰ ਬਾਣੀ ਬਾਰੇ ਵੀ ਤੁਹਾਨੂੰ ਮੈਂ ਦੱਸ ਦੇਵਾਂ, ਕਲੀਅਰ ਕਰ ਦੇਵਾਂ, ਜੋ ਕਿ ਇੱਕ ਪਾਕਿਸਤਾਨ ਦਾ ਹੋਇਆ ਇੱਕ ਬਹੁਤ ਵੱਡਾ ਸ਼ਰਧਾਲੂ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦਾ। ਉਹਨੇ ਕੀ ਕੀਤਾ, ਜਪਜੀ ਸਾਹਿਬ ਦੀ ਬਾਣੀ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਉਰਦੂ ਦੇ ਵਿੱਚ ਕੀਤੀ, ਤੇ ਜੋ ਅਵਤਾਰ ਸਿੰਘ ਸੀ ਇਸ ਨੇ ਉਸ ਦੀ ਉਰਦੂ ਦੀ ਕੀਤੀ ਹੋਈ ਵਿਆਖਿਆ ਨੂੰ ਚੋਰੀ ਕਰਕੇ ਵਿੱਚ ਆਪਣਾ ਨਾਮ ਜੋੜ ਕਰਕੇ ਲਿਖਤ ਉਸ ਦਾ ਨਾਮ ਰੱਖਤਾ ਅਵਤਾਰ ਬਾਣੀ। ਆਪਣਾ ਵੱਖਰਾ ਗ੍ਰੰਥ ਤਿਆਰ ਕਰ ਲਿਆ ਅਵਤਾਰ ਬਾਣੀ। ਸਿੱਖਾਂ ਨੂੰ ਚੜਾਉਣ ਵਾਸਤੇ ਇਸ ਨੇ ਬੜੇ ਕੁਕਰਮ ਕੀਤੇ। ਗੁਰਬਚਨ ਨਿਰੰਕਾਰੀਏ ਨੇ ਇਹ ਪੈਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਰੱਖ ਕੇ ਫਿਰ ਆਪਣੀ ਤਾਬਿਆਂ ਤੇ ਬਹਿੰਦਾ ਸੀ। ਫਿਰ ਕੀ ਹੁੰਦਾ ਹੈ, 1978 ਨੂੰ ਦਰਬਾਰ ਸਾਹਿਬ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜੋ ਕਿ ਬੈਠੇ ਦੀਵਾਨ ਸੱਜ ਰਿਹਾ ਸਾ, ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਨਰਕਧਾਰੀਆ ਇਸ ਤਰ੍ਹਾਂ ਜਲੂਸ ਕੱਢ ਰਿਹਾ ਹੈ। ਸੰਤਾਂ ਨੂੰ ਮਨ ਵਿੱਚ ਰੋਹ ਆਇਆ, ਕਿਉਂਕਿ ਸਾਡੇ ਵੀ ਮਨ ਦੇ ਵਿੱਚ ਆ ਜਾਂਦਾ, ਜੋ ਕੋਈ ਵੀ ਹੁਣ ਸਾਡੇ ਸਾਹਮਣੇ ਕੋਈ ਗੁਰੂ ਮਹਾਰਾਜ ਜੀ ਦੀ ਬੇਅਦਬੀ ਕਰੇ ਤਾਂ ਬੇਕਾਇਦਾ ਆਪਣੇ ਮਨ ਦੇ ਵਿੱਚ ਗੁੱਸਾ, ਬਰਗਾੜੀ ਕਾਂਡ ਨੂੰ ਹੀ ਦੇਖ ਲਓ। ਹਾਂ ਬਿਲਕੁਲ ਜੀ ਬਿਲਕੁਲ ਗੁੱਸਾ ਆਵੇਗਾ। ਸੰਤਾਂ ਦੇ ਮਨ ਦੇ ਵਿੱਚ ਰੋਹ ਜਾਗ ਗਿਆ। ਉਹਨਾਂ ਨੇ ਕਿਹਾ ਕਿ ਮੈਂ ਜਾ ਕਰਕੇ ਰੋਕਾਂਗਾ ਉਸ ਨੂੰ। 5 ਸਿੰਘਾਂ ਨੇ ਕਿਹਾ, ਉਹਨਾਂ ਨੇ ਸੋਚਿਆ ਸਿੰਘ ਸੰਗਤਾਂ ਨੇ ਕਿ ਜੇਕਰ ਸੰਤ ਜੀ ਚਲੇ ਜਾਣਗੇ ਤਾਂ ਥੋੜਾ ਹੋਰ ਵੱਧ ਸਕਦਾ ਰੌਲਾ, ਖੂਨ ਖਰਾਬਾ ਵੀ ਹੋ ਸਕਦਾ ਹੈ, ਕਿਉਂਕਿ ਉੱਥੇ ਉਹਨਾਂ ਦਾ ਇਕੱਠ ਬਹੁਤ ਸੀ, ਉਹਨਾਂ ਦੀ ਆਪਣੀ ਫੋਰਸ ਸੀਗੀ, ਪੁਲਿਸ ਵੀ ਬਹੁਤ ਲੱਗੀ ਹੋਈ ਸੀਗੀ ਜੀ। ਉਹਨਾਂ ਨੇ ਕੀ ਕੀਤਾ, ਸੰਤ 5 ਪਿਆਰਿਆਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੂੰ 5 ਪਿਆਰੇ ਨੂੰ ਹੁਕਮ ਲਾ ਦਿੱਤਾ ਕਿ ਤੁਸੀਂ ਮਹਾਰਾਜ ਜੀ ਇੱਥੇ ਬੈਠੋ, ਅਸੀਂ 5 ਪਿਆਰੇ ਅਸੀਂ ਸਿੰਘ ਨਾਲ ਜਾ ਕਰਕੇ ਉਹਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਰੋਹ ਨੂੰ ਰੋਕਦੇ ਹਾਂ। ਅਖੰਡ ਕੀਰਤਨੀ ਜਥੇ ਦੇ ਸਿੰਘ ਤੇ ਟਕਸਾਲ ਦੇ ਸਿੰਘਾਂ ਨੇ ਜਾ ਕਰਕੇ ਉੱਥੇ ਸ਼ਾਂਤਮਈ ਪ੍ਰਦਰਸ਼ਨ ਕੀਤਾ, ਪਰ ਗੁਰਬਚਨ ਨਿਰੰਕਾਰੀਏ ਨੇ ਮਹਿਕ ਦੇ ਵਿੱਚੋਂ ਆਪ ਆਵਾਜ਼ ਦੇ ਕੇ ਕਿਹਾ, ਗੋਲੀ ਚਲਾਉਣ ਦਾ ਹੁਕਮ ਦਿੱਤਾ ਅਤੇ 13 ਸਿੰਘਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ। 1978 ਦੀ ਗੱਲ ਹੈ। ਜਦ ਕਿ ਹੁਣ ਤੁਹਾਨੂੰ ਮੈਂ ਇਹਨਾਂ ਦੇ ਬਾਰੇ ਦੱਸਾਂਗਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਨਰਕਧਾਰੀਏ ਦੇ ਜਦ ਇਹ ਕਾਂਡ ਕਿੱਦਾਂ ਹੁੰਦੇ ਸੀਗੇ। ਜਦ ਦੀਵਾਨ ਲੱਗਦੇ ਸਨ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਕਹਿੰਦੇ ਸਨ ਕਿ ਮੈਂ ਇਹਨਾਂ ਦੇ ਦੀਵਾਨ ਨਹੀਂ ਲੱਗਣ ਦੇਣੇ। ਉਸ ਵੇਲੇ ਦੀ ਮੌਕੇ ਦੀ ਹਕੂਮਤ ਜੋ ਕਿ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਤੇ ਟੌੜਾ ਜੀ ਜੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਨ। ਠੀਕ ਆ ਜੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਤਾਂ ਕਹਿੰਦੇ ਸਨ ਕਿ ਮੈਂ ਹੁਣ ਨਰਕਧਾਰੀ ਦੇ ਕਿਤੇ ਵੀ ਦੀਵਾਨ ਨਹੀਂ ਲੱਗਣ ਦੇਣੇ, ਪਰ ਜੋ ਕਿ ਉਸ ਵੇਲੇ ਦੀ ਹਕੂਮਤ ਜੋ ਅਕਾਲੀ ਪੱਗਾਂ ਵਾਲੇ, ਨੀਲੀਆਂ ਪੱਗਾਂ ਵਾਲੇ ਆਪਣੇ ਸਿੱਖ ਲੀਡਰ ਸਨ, ਇਹ ਸੰਤਾਂ ਨੂੰ ਤਾਂ ਕਹਿ ਦਿੰਦੇ ਸਨ ਕਿ ਅਸੀਂ ਇਹਨਾਂ ਦੇ ਦੀਵਾਨ ਕਿਤੇ ਵੀ ਨਹੀਂ ਲੱਗਣ ਦੇਣੇ, ਪਰ ਜਦ ਸੰਤਾਂ ਨੂੰ ਕਿਤੇ ਹੋਰ ਜਗ੍ਹਾ ਭੇਜ ਦਿੰਦੇ ਸਨ, ਮੁੜ ਕੇ ਉਹਨਾਂ ਦੇ ਜੋ ਉਹਨਾਂ ਦੇ ਸਤਸੰਗ ਘਰ ਸਨ ਉਹਨਾਂ ਦੇ ਜਿੰਦਰੇ ਖਲਵਾ ਆਉਂਦੇ ਸਨ। ਇਸ ਤਰ੍ਹਾਂ ਇਹਨਾਂ ਦੇ ਲੀਡਰਸ਼ਿਪ ਨੇ ਦੋਗਲਾਪਨ ਕੀਤਾ, ਦੋਹਰਾ ਰੂਪ ਦਿਖਾ ਲਿਆ, ਜੋ ਕਿ ਆਪਣੀ ਹਕੂਮਤ, ਮੈਂ ਇਹਦੇ ਵਿੱਚ ਨਾ ਮੈਂ ਕਿਸੇ ਅਕਾਲੀ ਪਾਰਟੀ ਨਾਲ ਕਿਸੇ ਵੀ ਪਾਰਟੀ ਨਾਲ ਰਿਲੇਟਡ ਨਹੀਂ ਹਾਂ, ਕਿਉਂਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ, पूजे ना अकाल बिन और कोई देव दूजा देव सिंह दशमेश के कहिए हम अकाली हाँ कि असी अकाल पुरख तो बिना किसी ਨੂੰ नहीं मानते उस ਤਾਂ ਅਸੀਂ ਅਕਾਲ ਪੁਰਖ ਦੇ ਅਕਾਲੀ ਹਾਂ, ਨਾ ਕਿ ਅਸੀਂ ਅਕਾਲੀ ਦਾ ਸਹੀ ਮਤਲਬ ਜ਼ਰੂਰ ਸਮਝਾ ਦਿਓ, ਕਿਉਂਕਿ ਅਕਾਲੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਸਹੀ ਅਕਾਲੀ ਦਾ ਮਤਲਬ ਕੀ ਹੈ ਤੇ ਮਕਸਦ ਕੀ ਹੈ? पूजे ना अकाल बिन और कोई दूजा देव सिंह दशमेश के कहिए अकाली हाँ कि अकाल पुरख ਤੋਂ ਬਿਨਾ ਕਿਸੇ ਵੀ ਔਰ ਦੂਜੇ ਜਿਹੜਾ ਕਣ-ਕਣ ਵਿੱਚ ਸਮਾਇਆ ਬਿਲਕੁਲ ਜੀ ਤੁਹਾਡੇ ਮੇਰੇ ਵਿੱਚ ਇਸ ਸਮੇਂ ਮੌਜੂਦ ਹੈ ਬਿਲਕੁਲ, ਤੇ ਉਸ ਨੂੰ ਅਕਾਲੀ ਕਿਹਾ ਜਾਂਦਾ ਹੈ। ਪੱਗਾਂ ਬੰਨ ਕੇ ਨੀਲੀਆਂ ਪੀਲੀਆਂ ਬੰਨ ਕੇ ਕੋਈ ਆਪਣੇ ਆਪ ਨੂੰ ਅਕਾਲੀ ਨਹੀਂ, ਜੇਕਰ ਕਰਮ ਕਾਂਡ ਕਰਦਾ ਹੈ ਥਾਂ ਥਾਂ ਤੇ ਭਰਮਾਂ ਭੁਲੇਖਾਂ ਵਿੱਚ ਪਿਆ, ਉਸ ਨੂੰ ਤੁਸੀਂ ਕਿੱਦਾਂ ਅਕਾਲੀ ਕਹਿ ਸਕਦੇ ਹੋ? ਠੀਕ ਹੈ ਨਾ ਜੀ। ਸਹੀ ਪਰਿਭਾਸ਼ਾ ਅਕਾਲੀ ਦੀ ਇਹ ਹੈ ਜੋ ਤੁਸੀਂ ਦੱਸ ਰਹੇ ਹੋ ਜੀ। ਬਿਲਕੁਲ ਜੀ ਬਿਲਕੁਲ। ਹੁਣ ਤਾਂ ਤੁਸੀਂ ਦੇਖ ਲਓ ਕਿ ਅਕਾਲੀ ਦਲ ਉਸ ਵੇਲੇ ਇਹਨਾਂ ਦੀ ਕੀ ਭੂਮਿਕਾ ਸੀ। ਮੈਂ ਕਿਸੇ ਪਾਰਟੀ ਨਾਲ ਰਿਲੇਟਡ ਨਹੀਂ, ਮੈਂ ਤੁਹਾਨੂੰ ਹੁਣੇ ਵੀ ਦੱਸ ਦਵਾਂ। ਅੱਜ ਦੇ ਸਮੇਂ ਦੇ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹੋ ਜੀ ਬਿਲਕੁਲ। ਅੱਜ ਦੇ ਸਮੇਂ ਤੇ ਜੋ ਪਾਰਟੀਆਂ ਸਿੱਖ ਲੀਡਰ ਹਨ, ਇੱਕ ਪਾਰਟੀ ਨੂੰ ਹੀ ਦੋਸ਼ ਦੇ ਰਹੇ ਸਨ। ਦੇਖੋ ਨਾ, ਜੋ 1978 ਤੋਂ ਬਾਅਦ 1978 ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਕਿੱਦਾਂ ਇਹ ਜਿੰਦਰੇ ਖਲਵਾ ਕੇ ਆ ਜਾਂਦੇ ਸਨ ਤੇ ਉਹਨਾਂ ਦੇ ਸਮਾਗਮ ਕਰਵਾਉਣ ਦੇ ਇਜਾਜ਼ਤ ਦੇ ਦਿੰਦੇ ਸਨ। ਜੋ ਸਾਰਾ ਵਾਕਿਆ ਹੋਇਆ, 13 ਸਿੰਘਾਂ ਦੀ ਸ਼ਹੀਦੀ ਹੋਈ
ਤੇ ਸੰਤਾਂ ਨੇ ਫਿਰ ਦੀਵਾਨ ਹਾਲ ਮੰਜੀ ਹਾਲ ਵਿਖੇ ਉਹਨਾਂ ਨੇ ਬੇਨਤੀ ਕੀਤੀ, ਅਰਦਾਸ ਕੀਤੀ ਕਿ ਮੈਂ ਅੱਜ ਤੋਂ ਬਾਅਦ ਇਹਨਾਂ ਦਾ ਕੋਈ ਵੀ ਸਮਾਗਮ ਨਹੀਂ ਹੋਣ ਦੇਣਾ। ਅਕਾਲੀ ਲੀਡਰ 1978 ਚ ਗਈ ਇਹ ਗੱਲ ਜੀ ਬਿਲਕੁਲ, ਅਕਾਲੀ ਲੀਡਰ ਨੂੰ ਚਿੰਤਾ ਪੈ ਗਈ ਕਿ ਹੁਣ ਕਿਆ ਸਾਡਾ ਬਣੂਗਾ। 1978 ਦੇ 13 ਸਿੰਘ ਸ਼ਹੀਦ ਹੋਣ ਤੋਂ ਬਾਅਦ ਜੋ ਕਿ ਸੰਤਾਂ ਦਾ ਰੋਹ ਹੋਰ ਜਾਗਿਆ। ਉਹਨਾਂ ਨੇ ਸੋਚਿਆ ਕਿ ਹੁਣ ਮੈਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਾਂ ਨਰਕ ਧਾਰੀਏ ਤੇ ਕਿਤੇ ਵੀ ਸਮਾਗਮ ਨਹੀਂ ਹੋਣ ਦੇਣੇ। ਇਹ ਮਾਮਲਾ ਇੱਥੇ ਹੀ ਨਾ ਟਲਿਆ, ਜੋ ਉਹ ਵੱਧ ਤੋਂ ਵੱਧ ਹੋਰ ਜ਼ਿਆਦਾ ਪ੍ਰਚਾਰ ਕਰਨ ਲੱਗ ਪਿਆ। ਜਿੱਥੇ ਵੀ ਜਾਂਦਾ ਸਿੱਖ ਉਸ ਦਾ ਜਾ ਕੇ ਵਿਰੋਧ ਕਰਦੇ। ਅਖੀਰ ਨੂੰ 1980 ਨੂੰ ਉਸ ਨੂੰ ਭਾਈ ਕਾਬਲ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਜੀ ਹੁਣਾਂ ਨੇ ਉਹਨਾਂ ਦੇ ਘਰ ਜਾ ਕੇ ਉਸ ਦਾ ਥੋਦਾ ਲਾਇਆ ਤੇ ਉਸ ਨੂੰ ਨਰਕਾਂ ਦਾ ਦਵਾਰ ਦਿਖਾਇਆ। ਗੁਰਬਚਨ ਨਿਰੰਕਾਰ ਜੀ ਬਿਲਕੁਲ ਜੀ ਬਿਲਕੁਲ, ਗੁਰਬਚਨ ਨਰਕ ਧਾਰੀਏ ਨੇ ਉਸ ਨੂੰ ਨਰਕਾਂ ਦੇ ਦਵਾਰ ਦਿਖਾਲੇ, ਜਿਸ ਨੇ ਕਿ ਗੁਰੂ ਘਰ ਦੀ ਨਿੰਦਾ ਕੀਤੀ ਅਤੇ 13 ਸਿੰਘਾਂ ਦੀ ਸ਼ਹੀਦ ਕੀਤਾ ਤੇ ਇਹਨਾਂ ਨੂੰ ਉਸ ਨੂੰ ਨਰਕਾਂ ਦਾ ਦਵਾਰ ਦਿਖਾਲਿਆ। ਇਸ ਤਰ੍ਹਾਂ ਸਿੰਘਾਂ ਨੇ ਉਹਨਾਂ ਦਾ ਆਪਣੇ ਸ਼ਹੀਦ ਹੋਏ ਸਿੰਘਾਂ ਦਾ ਬਦਲਾ ਲਿਆ ਜੀ। ਪਰ ਫਿਰ ਜਿਹੜਾ 84 ਦਾ ਬਲੂ ਸਟਾਰ ਆਪਰੇਸ਼ਨ ਹੋਇਆ ਜੀ, ਸਾਕਾ ਨੀਲਾ ਤਾਰਾ ਹੋਇਆ, ਇਹਦਾ ਕੀ ਕਾਰਨ ਬਣਿਆ? ਉਹੀ ਸੀ ਨਾ, ਦੇਖੋ ਵੀਰ ਜੀ, ਆਪਣੀ ਗੱਲ ਇਹ ਆ ਕਿ ਜੋ ਸਹਿ ਸੀ ਸਰਕਾਰਾਂ ਨੂੰ 1977 ਵੇਲੇ ਜਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇਹਨਾਂ ਨੇ ਗੱਦੀ ਤੇ ਬਹਿਣਾ ਸੀ, ਮੰਨ ਲਓ ਕਿ ਇਹਨਾਂ ਨੂੰ ਉਹ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਮਿਲਣੀ ਸੀਗੀ, ਇਹਨਾਂ ਨੇ ਉਦਣ ਮਿਲਣਾ ਸੀ। ਇਹ ਸਾਰੀ ਅਕਾਲੀ ਲੀਡਰਸ਼ਿਪ, ਸਾਰੇ ਪ੍ਰਕਾਸ਼ ਸਿੰਘ ਜੀ ਬਾਦਲ, ਜੋ ਅਕਾਲੀ ਲੀਡਰਸ਼ਿਪ ਸ਼੍ਰੋਮਣੀ ਕਮੇਟੀ ਸਾਰੇ ਬੈਠੇ ਸਨ, ਸਾਰੇ ਨੇ ਆਪਣੇ ਆਪਣੇ ਬੋਲ ਕੇ ਚਲੇ ਗਏ। ਪ੍ਰਕਾਸ਼ ਸਿੰਘ ਜੀ ਬਾਦਲ ਉਹ ਕਹਿਣ ਲੱਗੇ ਕਿ ਟਕਸਾਲ ਨੂੰ ਜੇਕਰ ਕਿਸੇ ਚੀਜ਼ ਦੀ ਲੋੜ ਹੈ ਤਾਂ ਸਾਨੂੰ ਦੱਸੇ, ਅਸੀਂ ਹੁਣੇ ਬਣਾ ਦੇਵਾਂਗੇ, ਅਸੀਂ ਉਹਨਾਂ ਦੀ ਹਰ ਇੱਕ ਮੰਗ ਪੂਰੀ ਕਰ ਦੇਵਾਂਗੇ। ਸਾਰੇ ਲੀਡਰ 'ਚ ਬੋਲ ਕੇ ਚਲੇ ਗਏ। ਸਾਰੇ ਨੇ ਨਿਗਾਹ ਹੁਣ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਸਨ, ਕਿਉਂਕਿ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕਰਨਾ ਹੁੰਦਾ ਹੈ। ਆਪਾਂ ਦੇਖਦੇ ਕਿ ਜੋ ਵੀ ਆਇਆ ਹੁੰਦਾ ਅਸੀਂ ਉਹਨਾਂ ਦਾ ਅਖੀਰ ਤੇ ਆ ਕੇ ਧੰਨਵਾਦ ਸਾਰੇ ਕਰਦੇ ਹਾਂ। ਸੰਤ ਗਿਆਨੀ ਜਰਨੈਲ ਸਿੰਘ ਜੀ ਖੜੇ ਹੋਏ, ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਅਖੀਰ ਦੇ ਵਿੱਚ ਕਿਹਾ ਕਿਸੇ ਬੰਦੇ ਦੀ ਚਲਾਈ ਹੋਈ ਟਕਸਾਲ ਨਹੀਂ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ ਬਖਸ਼ਿਸ਼ ਹੋਈ ਟਕਸਾਲ, ਚਲਾਈ ਹੋਈ ਟਕਸਾਲ ਹੈ। ਤੁਸੀਂ ਦੱਸੋ ਤੁਹਾਨੂੰ ਕੀ ਲੋੜ ਹੈ, ਟਕਸਾਲ ਹੁਣੇ ਤੁਹਾਨੂੰ ਸਾਡੀ ਹਰ ਮੰਗ ਪੂਰੀ ਕਰਕੇ ਦੇਵੇਗਾ। ਸਾਰੇ ਅਕਾਲੀ ਲੀਡਰਸ਼ਿਪ ਦੀ, ਸਾਰੇ ਸ਼੍ਰੋਮਣੀ ਕਮੇਟੀ ਦੇ ਲੀਡਰਾਂ ਦੀ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਕੀ ਬੋਲ ਕੇ ਗਏ ਨੇ, ਕਿਉਂਕਿ ਉਹਨਾਂ ਨੇ ਕੱਦ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਸਾਹਿਬ ਵਾਲਿਆਂ ਸਾਹਮਣੇ ਉਹਨਾਂ ਦਾ ਕੱਦ ਛੋਟਾ ਲੱਗਣ ਲੱਗ ਪਿਆ ਸੀ। ਸੰਗਤਾਂ ਜ਼ਿਆਦਾ ਸੰਤਾਂ ਨੂੰ ਪਿਆਰ ਕਰਨ ਲੱਗ ਪਈਆਂ ਸਨ। ਜਿਸ ਦਿਨ ਉਹਨਾਂ ਨੂੰ ਜਿਹੜੇ ਟਕਸਾਲ ਦਾ ਲੀਡਰ ਬਣਾਇਆ ਗਿਆ, ਪ੍ਰਧਾਨ ਬਣਾਇਆ ਗਿਆ, ਉਸ ਦਿਨ ਉਹਨਾਂ ਦੇ ਇਹ ਸ਼ਬਦ ਸੀਗੇ, ਮੌਜੂਦਾ ਜਿਹੜਾ ਸੀਐਮ ਸੀ, ਮੁੱਖ ਮੰਤਰੀ ਸੀ, ਉਹਨੂੰ ਇਹ ਕਿਹਾ ਗਿਆ ਕਿ ਤੁਸੀਂ ਦੱਸੋ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਬਿਲਕੁਲ ਜੀ ਬਿਲਕੁਲ, ਹਾਂਜੀ। ਇਹਦਾ ਮਤਲਬ ਉਹ ਕਦੇ ਵੀ ਕਿਸੇ ਤੋਂ ਕੋਈ ਆਸ ਰੱਖ ਕੇ ਗੱਲ ਨਹੀਂ ਸੀ ਕਰਦੇ। ਬਿਲਕੁਲ ਜੀ ਬਿਲਕੁਲ। ਅੱਛਾ, ਅਗਰ ਸੰਤਾਂ ਦੇ ਆਪਾਂ ਜੀਵਨ ਦੀ ਗੱਲ ਕਰੀਏ, ਉਹਨਾਂ ਦਾ ਬਚਪਨ ਕਿਹੋ ਜਿਹਾ ਰਿਹਾ ਔਰ ਜਵਾਨੀ ਵੇਲੇ ਕਿਹੋ ਜਿਹਾ ਮਾਹੌਲ ਸੀ, ਔਰ ਸਾਕਾ ਨੀਲਾ ਤਾਰਾ ਤੱਕ ਆਉਂਦੇ ਜੀਵਨ ਵਿੱਚ ਥੋੜਾ ਅਗਰ ਆਪਾਂ ਨੂੰ ਸੰਖੇਪ ਦੱਸਣ ਦੀ ਕੋਸ਼ਿਸ਼ ਕਰੀਏ। ਦੇਖੋ ਜੀ, ਸੰਤਾਂ ਦੇ ਜੀਵਨ ਬਾਰੇ 3 ਪਿੰਡ ਜ਼ਿਆਦਾ ਨਾਮ ਜੁੜੇ, ਭਿੰਡਰ ਕਲਾਂ, ਰੋਡੇ ਤੇ ਮਹਿਤਾ। ਠੀਕ ਹੈ ਜੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਜੋਗਿੰਦਰ ਸਿੰਘ ਜੀ ਬਰਾੜ। ਠੀਕ ਹੈ ਜੀ। ਉਹਨਾਂ ਦੇ 2 ਮਾਤਾਵਾਂ ਹੋਈਆਂ। ਪਹਿਲੀ ਸ਼ਾਦੀ ਉਹਨਾਂ ਦੇ ਪਿਤਾ ਜੀ ਦੀ ਜੋਗਿੰਦਰ ਸਿੰਘ ਬਰਾੜ ਜੀ ਦੀ ਹੋਈ ਧੰਨ ਕੌਰ ਜੀ ਦੇ ਨਾਲ, ਮਾਤਾ ਧੰਨ ਕੌਰ ਜੀ, ਤੇ ਇਹਨਾਂ ਦੇ ਘਰ 5 ਪੁੱਤਰ ਹੋਏ, ਜਗੀਰ ਸਿੰਘ, ਜੁਗਰਾਜ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ, ਗੁਰਚਰਨ ਸਿੰਘ। ਦੂਜੀ ਸ਼ਾਦੀ ਹੋਈ ਮਾਤਾ ਨਿਹਾਲ ਕੌਰ ਜੀ ਦੇ ਨਾਲ ਤੇ ਇਹਨਾਂ ਦੇ ਘਰ ਪੁੱਤਰ ਪੈਦਾ ਹੋਏ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਵੀਰ ਸਿੰਘ, ਅਤੇ ਇੱਕ ਪੁੱਤਰੀ ਪੈਦਾ ਹੋਈ ਮਨਜੀਤ ਕੌਰ। ਠੀਕ ਹੈ, ਹਾਂਜੀ। ਤੇ ਇਹਨਾਂ ਦੇ 2 ਸ਼ਾਦੀਆਂ ਹੋਈਆਂ ਉਹਨਾਂ ਦੇ ਪਿਤਾ ਜੀ ਦੀਆਂ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਰਾਜ, ਇਹਨਾਂ ਦਾ ਮਹਾਂਪੁਰਸ਼ਾਂ ਦਾ ਜਨਮ 1947 ਨੂੰ ਪਿੰਡ ਰੋਡੇ ਵਿਖੇ ਹੋਇਆ। ਇਹਨਾਂ ਦੇ ਨਾਨਕੇ ਪਿੰਡ ਗਾਲਬ, ਜ਼ਿਲ੍ਹਾ ਲੁਧਿਆਣੇ ਵਿਖੇ ਸਨ। ਛੋਟੇ ਹੁੰਦੇ ਤੋਂ ਵੀਰ ਜੀ ਇਹਨਾਂ ਦੇ ਘਰ ਮਹਾਂਪੁਰਸ਼ਾਂ ਦੇ ਘਰ ਬਹੁਤ ਅੱਤ ਦੀ ਗਰੀਬੀ ਸਨ। ਪਿਤਾ ਜੀ ਨੇ ਇਹਨਾਂ ਨੂੰ ਦੋਵਾਂ ਭਰਾਵਾਂ ਨੂੰ ਪਹਿਲਾਂ ਹੀ ਅੱਡ ਕਰ ਦਿੱਤਾ ਸੀਗਾ ਤੇ ਅੱਤ ਦੀ ਗਰੀਬੀ ਚੱਲਣੀ ਪਈ। 5ਵੀਂ ਕਲਾਸ ਤੱਕ ਇਹ ਮਹਾਂਪੁਰਖ ਪੜ੍ਹੇ ਤੇ ਇਹਨਾਂ ਨੇ ਗਰੀਬੀ ਦੇ ਵਿੱਚ ਕਾਫੀ ਜੀਵਨ ਆਪਣਾ ਬਤੀਤ ਕੀਤਾ। ਕਦੀ ਵੀ ਇਹਨਾਂ ਨੇ ਕਿਸੇ ਕੋ ਬਾਲਾ ਮੰਗ ਕੇ ਨਹੀਂ ਖਾਦਾ, ਜੋ ਵੀ ਪਰਮਾਤਮਾ ਦਾ ਸ਼ੁਕਰ ਕੀਤਾ, ਨਾਮ ਜਪਿਆ, ਆਪਣਾ ਪਰਿਵਾਰ ਪਾਲਿਆ। ਤੋ ਅੱਤ ਦੀ ਗਰੀਬੀ ਦੇ ਵਿੱਚ ਇਹਨਾਂ ਨੇ ਜੀਵਨ ਆਪਣਾ ਜ਼ਿੰਦਗੀ ਕੱਢੀ ਇਹਨਾਂ ਨੇ। ਅੱਛਾ, ਆਮ ਜਿਹੜੀ ਜਨਤਾ ਹੈ ਵਿੱਚ ਕੀ ਕੱਟਿਆ? ਮੈਨੂੰ ਕੱਟਿਆ ਲੱਗਦਾ, ਹੱਥ ਲਾਇਆ। ਆਮ ਪਬਲਿਕ ਕਈ ਵੇਲੇ ਵੀ ਮਨ 'ਚ ਸਵਾਲ ਉੰਬੜਦਾ ਹੈ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਇਹ ਸ਼ਾਦੀशुदा ਸੀ ਕਿ ਨਹੀਂ? ਵੀਰ ਜੀ ਬਿਲਕੁਲ ਸ਼ਾਦੀशुदा ਸੀ। ਇਹਨਾਂ ਦੀ 1965 ਦੇ ਵਿੱਚ ਸ਼ਾਦੀ ਹੋਈ। ਠੀਕ ਹੈ ਜੀ। 1965 ਦੇ ਵਿੱਚ ਮਾਤਾ ਪ੍ਰੀਤਮ ਕੌਰ ਜੀ ਦੇ ਨਾਲ ਵਿਆਹ ਹੋਇਆ। ਇਹਨਾਂ ਦਾ ਬਿਲਾਸਪੁਰ ਦੇ ਨਿਵਾਸੀ ਸਨ, ਜੋ ਕਿ ਇਹਨਾਂ ਦੇ ਘਰ 2 ਪੁੱਤਰ ਪੈਦਾ ਹੋਏ, ਇੰਦਰਜੀਤ ਸਿੰਘ ਤੇ ਈਸ਼ਰ ਸਿੰਘ।
ਇੰਦਰਜੀਤ ਸਿੰਘ ਤੇ ਈਸ਼ਵਰ ਸਿੰਘ ਹੁਣ ਕਿੱਥੇ ਨੇ ਜੀ? ਇੱਕ ਮੇਰੇ ਖਿਆਲ ਨਾਲ ਜਲੰਧਰ ਵਿਖੇ ਰਹਿ ਰਹੇ ਨੇ, ਇੱਕ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜੀ। ਦੇਖੋ ਉਹਨਾਂ ਨੇ ਵੀ ਕਦੀ ਕਿਸੇ ਚੀਜ਼ ਦੀ ਆਸ ਨਹੀਂ ਰੱਖੀ ਜੀ ਬਿਲਕੁਲ। ਅਗਰ ਇੰਦਰਜੀਤ ਦੀ ਗੱਲ ਦੇਖੋ ਨਾ, ਕਰੀਏ, ਅੱਜ ਦੇ ਸਮੇਂ ਦੇ ਵਿੱਚ ਜੋ ਵੀ ਪਖੰਡੀ ਦੱਬੀ ਅੱਜ ਦੇ ਉਹ ਗੱਦੀ ਤੇ ਬੈਠਦਾ, ਕੋਈ ਡੇਰੇਦਾਰ ਬਣਦਾ ਹੈ, ਕਰੋੜਾਂ ਦੀ ਜਾਇਦਾਦ, ਗੱਡੀਆਂ ਦਾ ਕੋਈ ਅੰਤ ਨਹੀਂ, ਕਰੋੜਾਂ ਦੀ ਗੱਡੀਆਂ, ਕਿੰਨੇ ਚੇਲੇ ਚਪਟੇ ਉਹਨਾਂ ਦੇ ਨਾਲ ਘੁੰਮਦੇ ਸਨ। ਪਰ ਸੰਤਾਂ ਦੇ ਜੀਵਨ ਬਾਰੇ ਤੁਸੀਂ ਪੜ੍ਹ ਕੇ ਦੇਖੋ, ਟੁੱਟੀਆਂ ਚੱਪਲਾਂ, ਕਦੀ ਵੀ ਉਹਨਾਂ ਦੇ ਘਰ ਦੇਖੋ, ਕਦੀ ਉਹਨਾਂ ਨੇ ਆਪਣਾ ਮਹਿਲ ਨਹੀਂ ਬਣਾਇਆ, ਕਦੀ ਕੋਈ ਕੋਠੀਆਂ ਕਾਰਾਂ ਨਹੀਂ ਲਈਆਂ। ਇੱਥੋਂ ਤੱਕ ਕਿ ਜੋ ਕਿ ਇੰਦਰਾ ਗਾਂਧੀ ਨੇ ਉਸ ਵੇਲੇ ਉਹਨਾਂ ਨੂੰ 2 ਅਰਬ ਅਮਰੀਕੀ ਡਾਲਰ ਉਸ ਵੇਲੇ ਉਹਨਾਂ ਨੂੰ ਆਫਰ ਕੀਤੇ। 2 ਅਰਬ ਅਮਰੀਕੀ ਡਾਲਰ ਕਹਿਣਾ ਸੌਖਾ ਹੈ, ਉਹਨਾਂ ਨੇ ਉਹ ਕੀਤੇ ਕਿ ਤੁਸੀਂ ਆਪਣੀਆਂ ਮੰਗਾਂ ਛੱਡ ਦਿਓ। ਫਿਰ ਤਾਂ ਹੀ ਉਹ ਕਹਿੰਦੇ ਸੀ ਨਾ, ਮੈਂ ਸਰੀਰ ਦੇ ਮਰਨ ਨੂੰ ਮਰਨ ਨਹੀਂ ਗਿਣਦਾ ਜੀ। ਅੱਜ ਦੇ ਸਮੇਂ ਦੇ ਵਿੱਚ ਕਿਸੇ ਬੰਦੇ ਨੂੰ ਤੁਸੀਂ ਕਰੋੜ ਰੁਪਏ ਦੇ ਦਿਓ, ਮੈਂ ਕਹਿੰਦਾ ਆਪਣੇ ਮਾਪਿਆਂ ਨੂੰ ਮਾਰ ਦੂਗਾ। ਕਰੋੜ ਤਾਂ ਦੂਰ ਦੀ ਗੱਲ, ਲੱਖਾਂ ਤੇ ਆ ਜਾਓ। ਪਰ ਉਹਨਾਂ ਨੇ ਲੋਕਾਂ ਦੇ ਭਰੋਸੇ ਨੂੰ ਨਹੀਂ ਮਾਰਿਆ ਜੀ ਬਿਲਕੁਲ ਜੀ। 2 ਅਰਬ ਅਮਰੀਕੀ ਡਾਲਰ ਦੀ ਆਫਰ ਕੀਤੀ, ਇੱਥੋਂ ਤੱਕ ਕਿ ਉਹਨਾਂ ਨੂੰ ਇਹ ਕੀਤਾ ਕਿ ਹੁਣੇ ਅਸੀਂ ਸੈਂਸਰਸ਼ਿਪ ਲਾ ਕੇ ਭੰਗ ਕਰ ਦਿੰਦੇ ਸਰਕਾਰ, ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ ਹਾਂ। ਮੁੱਖ ਮੰਤਰੀ ਵੀ ਬਣਾ ਦਿੰਦੇ, ਇਹ ਵੀ ਗੱਲ ਕਹੀ ਗਈ ਹੈ। ਤੀਜੀ ਮੰਗ ਇਹ ਉਹਨਾਂ ਨੇ ਆਫਰ ਕਰ ਦਿੱਤੀ ਕਿ ਤੁਸੀਂ ਇੱਥੋਂ ਛੱਡ, ਤੁਹਾਨੂੰ ਪਾਕਿਸਤਾਨ ਭੇਜ ਦਿੰਦੇ ਹਾਂ ਜੇ ਤੁਹਾਨੂੰ ਇਹ ਮੰਗਾਂ ਨਹੀਂ ਮਨਜ਼ੂਰ। ਉਹਨਾਂ ਨੇ 3-4 ਮੰਗਾਂ ਉਹਨਾਂ ਨੇ ਠਕਰਾ ਦਿੱਤੀਆਂ। ਕੋਈ ਵੀ ਉਹਨਾਂ ਦੀ ਮੰਗ ਸੀ ਕਿ ਅਨੰਦਪੁਰ ਸਾਹਿਬ ਦਾ ਮਤਾ ਪਾਸ ਸਾਹਿਬ ਦਾ ਮਤਾ ਸੀ, 18 ਮੰਗਾਂ ਸੀ, ਜੋ ਕਿ ਦੇਖੋ ਉਹਨਾਂ ਦੀ ਕੋਈ ਆਪਣੀ ਮੰਗ ਨਹੀਂ ਸੀ। ਉਹਨਾਂ ਨੇ ਕਿਹੜਾ ਕੋਈ ਹੱਲ ਚਲਾਣੇ ਜਾਂ ਕੋਈ ਆਪਣੀਆਂ ਮੰਗਾਂ ਸੀ। ਪਾਣੀਆਂ ਦਾ ਮਸਲਾ ਸੀ, ਪਾਣੀਆਂ ਦਾ ਮਸਲਾ, ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਦਰਜਾ ਦੇਣ ਦਾ ਮਤਾ ਸੀਗਾ, ਠੀਕ ਆ ਜੀ। ਜੋ ਕਿ ਬਾਕੀ ਮਤੇ ਸਨ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਟਰਾਂਸਮਿਸ਼ਨ ਲਗਾਇਆ ਜਾਵੇ, ਰੇਡੀਓ ਦਾ ਲਗਾਇਆ ਜਾਵੇ, ਜੋ ਕਿ ਬਾਕੀ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ, ਠੀਕ ਆ ਜੀ। ਬਾਕੀ ਇਹ ਸੀਗਾ ਕਿ ਕਿਸੇ ਵੀ ਧੀ ਭੈਣ ਨੂੰ ਜੋ ਕਿ ਤੰਗ ਕਰਦਾ ਹੈ ਜਾਂ ਦਹੇਜ ਲਈ ਤੰਗ ਕਰਦਾ ਹੈ, ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਈ ਬੇਅਦਬੀ ਕਰਦਾ ਹੈ, ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇ। ਅਨੇਕਾਂ ਇੱਦਾਂ ਮੰਗਾਂ ਸੀ। ਉਹਨਾਂ ਦੇ ਕਿਹੜਾ ਕੋਈ ਆਪਣੇ ਜ਼ਮੀਨਾਂ ਜਾਇਦਾਦਾਂ ਵੰਡਣੀਆਂ ਸਨ। ਲੋਕਾਂ ਦੇ ਆਮ ਮਸਲੇ ਲੋਕਾਂ ਦੇ ਸਨ, ਜਿਸ ਨੂੰ ਕਿ ਅਨੰਦਪੁਰ ਸਾਹਿਬ ਦਾ ਮਤਾ ਦਾ ਨਾਮ ਦਿੱਤਾ ਗਿਆ। ਪਰ ਉਹਨਾਂ ਨੂੰ ਕੁਝ ਲੀਡਰਾਂ ਵੱਲੋਂ ਗਲਤ ਤਰੀਕੇ ਨਾਲ ਪੇਸ਼ ਕਰਕੇ ਇਹ ਕੀਤਾ ਗਿਆ ਕਿ ਸੰਤਾਂ ਵੱਲੋਂ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ। ਹਾਂ, ਮੈਂ ਸੁਣ ਰਿਹਾ ਸੀ ਵੀਡੀਓ, ਔਰ ਉਹਨਾਂ ਨੇ ਤੇ ਮੈਂ ਇੱਕ ਪੱਤਰਕਾਰ ਦੀ ਗੱਲ ਸੁਣ ਰਿਹਾ ਸੀ, ਹਿੰਦੂ ਪੱਤਰਕਾਰ ਦੀ ਮੈਂ ਸਪੈਸ਼ਲੀ ਕਹਿਣਾ ਚਾਹਾਂਗਾ। ਉਹਨਾਂ ਨੇ ਇਹ ਵੀ ਕਿਹਾ, ਜਤਿੰਦਰ ਜੀ, ਉਹ ਕਹਿ ਰਹੇ ਸੀਗੇ ਕਿ ਸੰਤ ਜਰਨੈਲ ਭਿੰਡਰਾਂ ਵਾਲੇ ਕਹਿੰਦੇ ਸੀਗੇ ਕਿ ਮੈਂ ਅਨੰਦਪੁਰ ਸਾਹਿਬ ਦਾ ਮਤੇ ਦੀ ਗੱਲ ਜ਼ਰੂਰ ਕਰਦਾ, ਮੈਂ ਖਾਲਿਸਤਾਨ ਦੀ ਗੱਲ ਨਹੀਂ ਕਰਦਾ, ਪਰ ਅਗਰ ਮੈਨੂੰ ਇਹ ਪਾਰਟੀਆਂ ਖਾਲਿਸਤਾਨ ਦੇਣਾ ਚਾਹੁੰਦੀ ਤਾਂ ਮੈਂ ਨਾ ਵੀ ਨਹੀਂ ਕਰਦਾ, ਲੇਕਿਨ ਅਗਰ ਹਮਲਾ ਹੋਏਗਾ ਤਾਂ ਫਿਰ ਨੀਂਹ ਰੱਖੀ ਜਾਏਗੀ। ਜੀ ਬਿਲਕੁਲ, ਜਿਸ ਦਿਨ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਗਈ, ਠੀਕ ਆ ਜੀ। ਜੋ ਕਿ ਫੌਜ ਸੀ, ਤੁਹਾਨੂੰ ਹੁਣ ਮੈਂ ਹਮਲੇ ਬਾਰੇ ਦੱਸਾਂਗਾ। ਹਮਲੇ ਬਾਰੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਇਹਨਾਂ ਤੋਂ ਪਹਿਲੇ ਮਹਾਂਪੁਰਖ ਸਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਤੇ ਇਹਨਾਂ ਦੇ ਪੁੱਤਰ ਸੀ ਭਾਈ ਅਮਰੀਕ ਸਿੰਘ ਜੀ, ਜੋ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ ਜੀ। ਉਹ ਪ੍ਰਧਾਨ ਸਨ ਭਾਈ ਅਮਰੀਕ ਸਿੰਘ ਜੀ, ਠੀਕ ਆ ਜੀ। ਤੇ ਉਹਨਾਂ ਤੋਂ ਬਾਅਦ ਜਦੋਂ 84 ਵੇਲੇ ਜੋ ਕਿ ਫੌਜ ਇੱਕ ਮੇਜਰ ਜਨਰਲ ਥੱਲੇ 2 ਲੱਖ ਫੌਜ ਹੁੰਦੀ ਹੈ, 2 ਲੱਖ, ਲੈਫਟੀਨੈਂਟ ਜਨਰਲ ਥੱਲੇ ਹੁੰਦੀ ਆ 3 ਲੱਖ ਫੌਜ। 4 ਮੁਖੀ ਆਏ, ਦੇਖ ਲਓ ਕਿੰਨੀ 9 ਲੱਖ 10 ਲੱਖ ਫੌਜ ਲੈ ਕਰਕੇ ਉਹਨਾਂ ਨੇ ਅਕਾਲ ਤਖਤ ਸ੍ਰੀ ਦਰਬਾਰ ਸਾਹਿਬ ਤੇ ਚੜ੍ਹਾਈ ਕੀਤੀ। ਉਹਨਾਂ ਨੇ ਆ ਕਰਕੇ ਉੱਥੇ, ਠੀਕ ਆ ਜੀ। ਉਹਨਾਂ ਨੂੰ ਜਦ ਫੌਜ ਦੇ ਮੁਖੀ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਨ ਤੇ ਕਿਉਂ ਦਿਨ ਚੁਣਿਆ ਗਿਆ ਸੀ, ਉਹਨਾਂ ਨੇ ਕਿਹਾ ਕਿ ਅਸੀਂ ਦੱਸਣਾ, ਕਿਉਂਕਿ ਬਹੁਤ ਗਿਣਤੀ ਦੇ ਵਿੱਚ ਸਿੱਖ ਇਕੱਠੇ ਹੁੰਦੇ ਸਨ, ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਨ ਕਿ ਕਿਸੇ ਨਾਲ ਪੰਗਾ ਕਿਵੇਂ ਲਈਦਾ ਹੈ, ਕਿ ਕਿਵੇਂ ਹਕੂਮਤ ਦੇ ਨਾਲ ਪੰਗਾ ਲਈਦਾ ਹੈ। ਪਰ ਜਤਿੰਦਰ ਜੀ, ਮੈਂ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ ਵੀ, ਪੰਗੇ ਦੀ ਗੱਲ ਆਈ ਹੈ ਇੱਥੇ, ਲੇਕਿਨ ਜਿਹੜੀ ਆਮ ਆਡੀਅנס ਉਹ ਵੀ ਘਰ ਬੈਠੀ, ਮੈਂ ਜ਼ਰੂਰ 1 ਮਿੰਟ ਦਾ ਸਮਾਂ ਲਾਵਾਂਗਾ। ਮੈਂ ਹੁਣ ਪਿਛਲੇ 4-5 ਦਿਨਾਂ ਤੋਂ ਇਹੋ ਹੀ ਵੀਡੀਓਜ਼ ਦੇਖ ਰਿਹਾ, ਸਾਕਾ ਨੀਲਾ ਤਾਰਾ ਦੇ ਉੱਤੇ, ਘੱਲੂ ਘਰ ਦੇ ਉੱਤੇ ਜਿਹੜਾ ਤੀਜਾ ਸੀ, ਕਈ ਬੱਚਿਆਂ ਦੀ ਜਿਹੜੇ ਹੁਣ ਜਵਾਨ ਹੋ ਗਏ ਨੇ। ਸੁਣਨ ਵਿੱਚ ਆਇਆ ਕਿ ਇੱਕ ਬੱਚਾ ਉਸ ਸਮੇਂ 2-2.5 ਸਾਲ ਦਾ ਹੋਏਗਾ, ਉਹਦੀ ਮਾਂ ਦੀ ਧੌਣ ਵੱਢੀ ਗਈ ਤੇ ਉਹ ਆਪਣੀ ਮਰੀ ਹੋਈ ਮਾਂ ਦਾ 1.5-2 ਘੰਟੇ ਦੁੱਧ ਚੁੰਗਦਾ ਰਿਹਾ। ਕਈਆਂ ਦੇ ਪਿਤਾ ਉਹਨਾਂ ਦੀ ਮਾਵਾਂ ਨੂੰ ਦੱਸ ਕੇ ਗਏ ਨੇ ਕਿ ਅਸੀਂ ਸ਼ਹੀਦ ਹੋਣ ਚੱਲੇ ਹਾਂ, ਸੰਤ ਜਰਨੈਲ ਭਿੰਡਰਾਂਵਾਲੇ ਨੇ ਅਰਦਾਸ ਕਰ ਦਿੱਤੀ, ਅਸੀਂ ਜਾਣਾ, ਅਸੀਂ ਸ਼ਹਾਦਤ ਦੇਣੀ ਹੈ, ਔਰ ਉੱਥੇ ਕਈ ਬੱਚੇ ਅਨਾਥ ਹੋ ਗਏ। ਕਈ ਬੱਚਿਆਂ ਦੀ ਤੁਸੀਂ ਵੀ ਗੱਲ ਬਿਹਾਈਂਡ ਦਾ ਕੈਮਰਾ ਕਰ ਰਹੇ ਸੀ, ਪਤਾ ਨਹੀਂ ਕਿੰਨੀਆਂ ਬੋਤਲਾਂ, ਉਹਦੇ ਵਿੱਚ 1000 ਤੋਂ ਵਧੇਰੇ। ਦੇਖੋ ਜੀ, 1302 ਬੋਤਲਾਂ ਜੋ ਕਿ ਸਰੋਵਰ ਦੇ ਵਿੱਚੋਂ ਮਿਲੀਆਂ ਦੁੱਧ ਚੁੰਗਦੇ ਬੱਚਿਆਂ ਨੇ, ਕਿ ਉਹ ਅੱਤਵਾਦੀ ਸਨ। 1302 ਬੋਤਲਾਂ, ਇਹ ਚੀਜ਼ਾਂ ਨਿਰਾਸ਼ ਕਰਦੀਆਂ ਨੇ ਨਾ। ਜੋ ਕਿ ਸੰਤਾਂ ਦੇ ਪੀਏ ਸਨ, ਉਹ ਇੱਕ ਹਿੰਦੂ ਸਨ, ਠੀਕ ਆ ਜੀ। ਇੱਕ ਉਹਨਾਂ ਦੇ ਨਾਲ ਬਾਡੀਗਾਰਡ ਵੀ ਹਮੇਸ਼ਾ ਜੋ ਕਿ ਇੱਕ ਪੰਡਤ ਸੀ ਮੋਹਰ ਸਿੰਘ, ਤੇ ਇਹਨਾਂ ਦੀ ਘਰਵਾਲੀ ਅਤੇ ਪੁੱਤਰ ਪੁੱਤਰੀਆਂ, ਪੁੱਤਰੀ ਵਾਹਿਗੁਰੂ ਕੌਰ ਤੇ ਸਤਨਾਮ ਕੌਰ, ਤੇ ਇਹਨਾਂ ਨੇ ਆਪਣੇ ਸਰੀਰ ਦੇ ਨਾਲ, ਹਿੰਦੂ ਵੀਰ ਦੀ ਬੇਟੀ ਦਾ ਨਾਮ ਵਾਹਿਗੁਰੂ ਕੌਰ, ਸਤਨਾਮ ਕੌਰ 2, ਤੇ ਉਹ ਸਿੱਖ, ਇੱਕ ਦਾ ਸਤਨਾਮ, ਇੱਕ ਦਾ ਨਾਮ ਵਾਹਿਗੁਰੂ ਕੌਰ, ਉਹ ਸਿੰਘ ਸਜੇ ਪੰਡਤ ਸੀ। ਤੇ ਏਕਤਾ ਦੀ ਗੱਲ ਦੇਖੋ, ਗੁਰੂ ਦੇ ਸਾਹਮਣੇ ਨਹੀਂ ਆਉਂਦੀ ਗੱਲਾਂ। ਬਿਲਕੁਲ, ਉਹਨਾਂ ਨੇ ਆਪਣੇ ਸਰੀਰ ਦੇ ਨਾਲ ਬੰਬ ਬੰਨ ਕੇ ਟੈਂਕਾਂ ਨੂੰ ਨਕਾਰਾ ਕੀਤਾ।
ਹਿੰਦੂ ਵੀਰ ਨੇ ਜੀ ਬਿਲਕੁਲ ਉਹਨਾਂ ਨੇ ਅੰਮ੍ਰਿਤ ਛਕਿਆ ਬਕਾਇਦਾ। ਉਹ ਗੁਰੂ ਉਹਨਾਂ ਦੇ ਜੋ ਵੀ ਸੰਤਾਂ ਦੇ ਕੋਲ ਆਉਂਦਾ ਸੀ ਉਹਨਾਂ ਦੇ ਪ੍ਰਭਾਵ ਹੇਠ ਉਹਨਾਂ ਦੇ ਉਹ ਮਾਹੌਲ ਇਦਾਂ ਦਾ ਸਿਰਜਦੇ ਸਨ। ਫਿਰ ਵੀਡੀਓ ਤੋੜ ਮਰੋੜ ਕੇ ਪੇਸ਼ ਕੀਤੀਆਂ ਜਾਂਦੀਆਂ ਨੇ। ਜੀ ਬਿਲਕੁਲ ਜੀ ਬਿਲਕੁਲ। ਕਿਉਂਕਿ ਅਗਰ ਹਿੰਦੂ ਵੀਰ ਉਹਨਾਂ ਦੇ ਨਾਲ ਨੇ ਜਿਹੜੇ ਤੁਸੀਂ ਦੱਸਿਆ ਕਿ ਆਪਣੇ ਲੱਕ ਨਾਲ ਬੰਬ ਬਣ ਕੇ ਟੇਕ ਦੇ ਜਾਂਦੇ ਜੋ ਕੁਲਦੀਪ ਬਰਾੜ ਸੀ ਉਸ ਦਾ ਉਸਤਾਦ ਹੁੰਦਾ ਸੀ, ਉਸ ਦੇ ਉਸਤਾਦ ਸੀ ਜਨਰਲ ਸੁਵੇਗ ਸਿੰਘ ਜੀ ਹੈਦਰਾਬਾਦ ਦੇ ਵਿੱਚ। ਕਿੰਨੀ ਮੂਰਖਤਾ ਵਾਲੀ ਗੱਲ ਹੈ ਕਿ ਇੱਕ ਚੇਲਾ ਆਪਣੇ ਉਸਤਾਦ ਦੇ ਨਾਲ ਪੰਗੇ ਲੈ ਰਿਹਾ, ਉਸਤਾਦ ਨੂੰ ਆਪਣੇ ਘੱਟ ਸਮਝਿਆ, ਕਮਜ਼ੋਰੀ ਸਮਝ ਰਿਹਾ। ਹੁਣ ਮੈਂ ਤੁਹਾਡੇ ਕੋਲ ਕੁਝ ਸਿੱਖਾਂ ਤੇ ਹੁਣ ਮੈਂ ਤੁਹਾਡੇ ਤੇ ਉਹੀ ਆਪਣਾ ਦਾਅ ਜਮਾਵਾਂ, ਕਿੰਨੀ ਮੂਰਖਤਾ ਵਾਲੀ ਗੱਲ ਹੋਵੇਗੀ। ਜੋ ਦੇਹਰਾਦੂਨ ਦੇ ਵਿੱਚ, ਮੈਂ ਮਾਫੀ ਚਾਹੁੰਦਾ ਪਹਿਲਾਂ ਹੈਦਰਾਬਾਦ ਕਹਿ ਹੋ ਗਿਆ, ਦੇਹਰਾਦੂਨ ਦੇ ਵਿੱਚ ਜਨਰਲ ਸੁਵੇਗ ਸਿੰਘ ਜੀ ਉਸਤਾਦ ਸਨ ਕੁਲਦੀਪ ਬਰਾੜ ਜੀ ਦੇ। ਕੁਲਦੀਪ ਬਰਾੜ ਨੇ ਜੋ ਕਿ ਫੌਜ ਤੇ ਹਮਲਾ ਕੀਤਾ ਉਹਦੇ ਉਸਤਾਦ ਸਨ। ਤੇ ਉਹਨਾਂ ਨੂੰ ਪੁੱਛਿਆ ਕਿਸੇ ਨੇ, ਪੱਤਰਕਾਰ ਨੇ, ਕਿ ਤੁਸੀਂ 3 ਜੂਨ ਨੂੰ ਹਮਲਾ ਕਿਉਂ ਕੀਤਾ? ਉਹਨੇ ਕਿਹਾ ਕਿ ਸੰਗਤਾਂ ਨੂੰ ਸੇਕ ਲੱਗੇਗਾ। ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਇਕੱਲੇ ਭਿੰਡਰਾਂ ਵਾਲੇ ਨੂੰ ਫੜ ਲੈਣਾ ਸੀ ਤਾਂ ਉੱਥੇ ਤੁਸੀਂ ਅਥਰੂ ਗੈਸ ਛੱਡ ਦੇਣੀ ਸੀ। ਹਾਂ ਦੇਖੋ ਨਾ ਬਹੁਤ ਕੁਝ ਹੋ ਸਕਦਾ। ਹੁਣ ਇਹਨਾਂ ਨੇ ਮੁੰਬਈ ਜੋ ਤਾਜ ਫੜਨ ਨਹੀਂ ਆਏ ਸੀਗੇ, ਤਾਜ ਹੋਟਲ ਸੀਗਾ, ਉਹ ਜੋ ਕਸਾਬ ਸੀ ਉਸ ਨੂੰ ਕਿੰਨੀ ਵਾਰਨਿੰਗ ਦਿੱਤੀ। ਵਾਰਨਿੰਗ ਵੀ ਤਾਂ ਦੇ ਸਕਦੇ ਸੀ ਨਾ, ਕਸਾਬ ਨੂੰ ਫੜਨ ਦੇ ਲਈ ਕਿੰਨੀ ਵਾਰਨਿੰਗ ਦਿੱਤੀ। ਉੱਥੇ ਕਿਉਂ ਨਹੀਂ ਸਾਰਾ ਟੈਂਕਾਂ ਨਾਲ ਹਮਲਾ ਕੀਤਾ? ਸੋਚਣ ਵਾਲੀ ਗੱਲ ਹੈ। ਉਹਨਾਂ ਨੇ ਫਿਰ ਤੀਜੀ ਕਿਹਾ, ਪੱਤਰਕਾਰ ਨੇ ਪੁੱਛਿਆ, ਉਹਨਾਂ ਨੇ ਕਿਹਾ ਕਿ ਅਸੀਂ 1962 ਦੀ ਜੰਗ ਦੇ ਵਿੱਚ ਚੀਨ ਦੇ ਕੋਲੋਂ ਹਾਰੇ ਸਨ, ਅਸੀਂ ਹੋਰ ਹਾਰ ਦਾ ਮੂੰਹ ਨਹੀਂ ਦੇਖਣਾ ਚਾਹੁੰਦੇ ਸਨ, ਇਸ ਕਰਕੇ ਸਾਨੂੰ ਹਮਲਾ ਕਰਨਾ ਪਿਆ। ਚਲੋ ਮੰਨ ਲੈਣਾ ਕਿ ਤੁਸੀਂ ਦਰਬਾਰ ਸਾਹਿਬ ਤੇ ਭਿੰਡਰਾਂ ਵਾਲੇ ਮਹਾਂਪੁਰਖ ਅਤੇ ਹੋਰ ਸਿੰਘ ਇਕੱਠੇ ਸਨ, ਪਰ ਜੋ ਪੰਜਾਬ ਦੇ ਵਿੱਚ ਬਾਕੀ 37 ਗੁਰਦੁਆਰੇ ਸਨ ਉਹਨਾਂ ਨੂੰ ਸਾੜਨ ਦੀ ਕੀ ਲੋੜ ਪਈ ਸੀ? ਲੋਕ ਬੇਦੋਸ਼ੇ ਸੀਗੇ, ਨਿਰਦੋਸ਼ ਲੋਕਾਂ ਨੂੰ। ਪੰਜਾਬ ਤੋਂ ਬਾਅਦ ਦਰਬਾਰ ਸਾਹਿਬ ਤੋਂ ਬਾਅਦ 37 ਗੁਰਦੁਆਰਿਆਂ ਨੂੰ ਹੋਰ ਸਾੜਿਆ ਗਿਆ। ਸਿੱਖ ਜੀਨੋਸਾਈਡ ਕੀਤੀ ਗਈ, ਸਿੱਖ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤਾ ਗਿਆ। ਜੀ ਬਿਲਕੁਲ ਜੀ ਬਿਲਕੁਲ। ਜੋ ਕਿ ਦਰਬਾਰ ਸਾਹਿਬ ਤੇ ਪਹਿਲਾਂ ਪੁਲਿਸ ਨੂੰ, ਸ਼ਰਾਰਤੀ ਅਨਸਰਾਂ ਵੱਲੋਂ ਪਹਿਲਾਂ ਪੰਜਾਬ ਪੁਲਿਸ ਨੂੰ ਆਫਰ ਕੀਤਾ ਗਿਆ ਕਿ ਅਟੈਕ ਕਰੋ ਤੁਸੀਂ, ਉਹਨਾਂ ਨੇ ਜਵਾਬ ਦੇ ਦਿੱਤਾ। ਫਿਰ BSF ਨੂੰ ਕਿਹਾ, ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਫਿਰ BSF ਤੋਂ ਬਾਅਦ ਉਹਨਾਂ ਨੇ ਫਿਰ ਫੌਜ ਤੇ ਆਖਰੀ ਫੌਜ ਜਿਹੜੇ 37 ਗੁਰਦੁਆਰੇ ਤੁਸੀਂ ਕਹੇ ਸਾੜੇ ਆ, ਉਹ ਕਿਸੇ ਸ਼ਰਾਰਤੀ ਅਨਸਰ ਦੀ ਹਰਕਤ ਸੀ? ਪੁਲਿਸ ਵੱਲੋਂ ਸੀ, BSF ਵੱਲੋਂ ਸੀ, ਕਿਤੇ ਵੱਲੋਂ ਸੀ? ਇਹ ਹਕੂਮਤ ਵੱਲੋਂ ਸੀ, ਜੋ ਕਿ ਫੌਜ ਵੱਲੋਂ ਕਹਿ ਲਓ, ਇਹਨਾਂ ਵੱਲੋਂ ਫੌਜ ਵੱਲੋਂ ਜੋ ਕਿ ਗੁਰਦੁਆਰਿਆਂ ਨੂੰ ਸਾੜਿਆ ਗਿਆ। ਜੋ ਬਾਅਦ ਵਿੱਚ ਉਹਦੇ ਵਿੱਚ ਵਿਦੇਸ਼ੀ ਲੋਕ ਵੀ ਸੜੇ। ਜੀ ਬਿਲਕੁਲ ਜੀ ਬਿਲਕੁਲ। ਗੁਰਦੁਆਰਿਆਂ ਦੇ ਵਿੱਚ ਉਹਨਾਂ ਨੂੰ ਅੰਨ੍ਹੇਵਾਹ ਤਸ਼ੱਦਦ ਉਹਨਾਂ ਦੇ ਕੀਤਾ ਗਿਆ। 1984 ਦਾ ਉਹਨਾਂ ਦਾ ਜੋ ਹੋਇਆ, ਜੀਨੋਸਾਈਡ ਹੋਇਆ, ਘੱਲੂਘਾਰਾ ਹੋਇਆ, ਕਿੰਨੇ ਬੇਦੋਸ਼ ਸਿੰਘ ਮਰੇ। 13 ਸਿੰਘ ਤਾਂ ਜੋ 1978 ਦੇ ਵਿੱਚ ਹੋਏ। 6 ਜੂਨ ਨੂੰ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਨਰਲ ਸੁਵੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਅਨੇਕ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਹੋਈ ਤੇ ਉਹਨਾਂ ਨੇ ਆਪਣਾ ਸ਼ਹੀਦੀ ਜਾਮ ਪੀਤਾ। ਆਪਾਂ ਸਾਰੇ ਅੱਜ ਉਹਨਾਂ ਮਹਾਂਪੁਰਖਾਂ ਦੀ ਯਾਦ ਨੂੰ ਮਨਾਉਂਦੇ ਹਾਂ, ਪਰ ਕੁਝ ਸ਼ਰਾਰਤੀ ਅਨਸਰ ਅੱਜ ਉਹਨਾਂ ਨੂੰ ਕਿ ਅੱਤਵਾਦ ਦਿਵਸ ਮਨਾ ਰਹੇ। ਹਾਂ ਕਿਸੇ ਲਈ ਹੋਊਗਾ ਕੋਈ ਅੱਤਵਾਦ ਸਾਡੇ ਲਈ, ਪਰ ਇੱਕ ਸਵਾਲ ਹੈ ਜਤਿੰਦਰ ਜੀ, ਕਿਉਂਕਿ ਹੁਣ ਅਸੀਂ ਵੀ ਦਿੱਲੀ ਗਏ ਹਾਂ ਜੀ। ਅੱਤਵਾਦੀ ਕਹਿਣਾ ਬਹੁਤ ਸੌਖਾ, ਪਰ ਆਪਣੇ ਹੱਕ ਮੰਗਣਾ ਕਿਹਨੂੰ ਅੱਤਵਾਦੀ ਕਿਹਾ ਜਾਂਦਾ? ਔਰ ਅੱਤਵਾਦੀ ਬਣਾਉਂਦਾ ਕੌਣ ਹੈ ਕਿਸੇ ਨੂੰ? ਦੇਖੋ ਜੀ, ਜਦ ਸਾਨੂੰ ਕੋਈ ਸਾਡਾ ਹੱਕ ਨਹੀਂ ਮਿਲਦਾ, ਆਪਾਂ ਕਿਸੇ ਕੋ ਆਪਾਂ ਹੁਣ ਕੋਈ ਜਦ ਕਹਿੰਦੇ ਚੂੰ ਕਰ ਹਜ ਹਮੈ ਹੀਲ ਤੇ ਦਰ ਗੁਜਸਤ ਬਾ ਹਲਾਲ ਅਸਤ ਗੁਰਦਨ ਬਾ ਸ਼ਮਸ਼ੀਰ ਦਸਤ। ਜਾਂ ਸਾਰੇ ਹੀਲੇ ਮੁੱਕ ਜਾਣ ਫਿਰ ਕਿਰਪਾਨ ਨੂੰ ਹੱਥ ਪਾ ਲੈਣਾ, ਕੋਈ ਜਾਇਜ਼ ਹੈ, ਕੋਈ ਗੁਨਾਹ ਨਹੀਂ ਹੁੰਦਾ। ਹੁਣ ਆਪਾਂ ਸਾਰੇ ਇੱਕ ਸਰਕਾਰਾਂ ਦੇ ਲੇਲੜੇ ਕੱਢਦੇ ਹਾਂ, ਕੋਈ ਮੰਗਾਂ ਸਾਡੀਆਂ ਨਹੀਂ ਮੰਗਦੇ, ਫਿਰ ਆਪਾਂ ਦੇਖਦੇ ਹਾਂ ਧਰਨੇ ਲਾਉਂਦੇ ਹਾਂ, ਕੁਝ ਨਾ ਕੁਝ ਕਰਦੇ ਹਾਂ। ਕਈ ਤਾਂ ਟੈਂਕੀਆਂ ਦੇ ਉੱਪਰ ਛਾਲ ਮਾਰਨ ਤੇ ਵੀ ਆ ਜਾਂਦੇ, ਕੋਈ ਟੀਚਰ ਕਹਿ ਲਓ ਜਾਂ ਕੋਈ ਕਿੰਨੇ ਵੀ ਜੀ ਬਿਲਕੁਲ ਜੀ ਬਿਲਕੁਲ। ਹੁਣ ਹੀਲੇ ਜਾਂ ਸਾਰੇ ਮੁੱਕ ਜਾਣ ਫਿਰ ਕੋਈ ਨਾ ਕੋਈ ਕਦਮ ਉਠਾਉਣਾ ਪੈਂਦਾ ਹੈ। ਉਸ ਵੇਲੇ ਸੰਤਾਂ ਨੇ ਬੜੀਆਂ ਮੰਗਾਂ ਆਪਣੀ ਕਿਹਾ ਵੀ ਸਾਡੀਆਂ ਮੰਗਾਂ ਮੰਨੀ ਜਾਣ, ਪਰ ਉਸ ਹਕੂਮਤ ਨੇ ਉਹਨਾਂ ਦੇ ਇੱਕ ਜ਼ੋਰ ਵੀ। ਇੱਥੇ ਮੈਂ ਤੁਹਾਨੂੰ ਗੱਲ ਕਹਿਣੀ ਚਾਹਾਂਗਾ, ਇੰਦਰਾ ਗਾਂਧੀ ਹਮਲਾ ਟਾਲਣਾ ਚਾਹੁੰਦੀ ਸੀ, ਪਰ ਜੋ ਉਸ ਵੇਲੇ ਭਾਜਪਾ ਭਾਈਵਾਲ ਪਾਰਟੀਆਂ ਸਨ ਉਹ ਅੱਗੇ ਹੁਕਮ ਦਾਗ ਦਿੰਦੀਆਂ ਸਨ, ਕਿਉਂਕਿ ਉਸ ਵੇਲੇ ਹਿੰਦੂ ਵੋਟ ਬੈਂਕ ਜ਼ਿਆਦਾ ਸੀ, RSS ਸੀ। ਉਹ ਜੇ ਇੰਦਰਾ ਗਾਂਧੀ ਹਮਲਾ ਨਾ ਕਰਦੀ ਤਾਂ ਉਸ ਦੀ ਸਰਕਾਰ ਟੁੱਟ ਜਾਣੀ ਸੀ ਤੇ ਭਾਜਪਾ ਵਰਗੀ ਪਾਰਟੀਆਂ ਨੂੰ ਉਸ ਨੂੰ ਹਕੂਮਤ ਮਿਲ ਜਾਣੀ ਸੀ, ਇਸ ਕਰਕੇ ਉਸ ਨੂੰ ਹਮਲਾ ਕਰਨਾ ਪਿਆ। ਜਤਿੰਦਰ, ਇੱਕ ਗੱਲ ਤੁਸੀਂ ਇਹ ਬਲੀਵ ਕਰਦੇ ਹੋ ਕਿ ਸੰਤ ਜਰਨੈਲ ਭਿੰਡਰਾਂ ਵਾਲਿਆਂ ਤੋਂ ਬਾਅਦ ਵਿੱਚ ਸਾਨੂੰ ਕੋਈ ਸਟਰੋਂਗ ਲੀਡਰਸ਼ਿਪ ਨਹੀਂ ਮਿਲੀ ਜਿਹੜੀ ਯੂਥ ਨੂੰ ਅੱਗੇ ਲੈ ਕੇ ਜਾਂਦੀ? ਕਿਉਂਕਿ ਉਹਨਾਂ ਦਾ ਵਿਜ਼ਨ ਸੀ, ਜਿਵੇਂ ਤੁਸੀਂ ਕਿਹਾ ਪਾਣੀਆਂ ਲਈ ਉਹ ਲੜ ਰਹੇ ਸੀਗੇ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਸੀ, ਲੇਕਿਨ ਉਸ ਤੋਂ ਬਾਅਦ ਨੌਜਵਾਨੀ ਨੂੰ ਮਿਊਜ਼ਿਕ ਵੱਲ ਧਕੇਲ ਦਿੱਤਾ ਗਿਆ, ਨਸ਼ੇ ਆ ਗਏ ਪੰਜਾਬ ਵਿੱਚ। ਹਾਂ, ਮਿਊਜ਼ਿਕ ਵੱਲ ਵੀ ਤੁਹਾਨੂੰ ਦੱਸਦਾ ਵੀਰ ਜੀ, ਜਦੋਂ ਇਹ ਸਾਰੇ ਆ ਮੇਲੇ ਕਿੱਥੋਂ ਸ਼ੁਰੂ ਹੋਏ ਆ? ਮੇਲੇ ਸ਼ੁਰੂ ਹੋਇਆ ਜਦੋਂ ਆ ਪੰਜਾਬ ਦਾ ਮੁੱਖ ਮੰਤਰੀ ਬੇਅੰਤਾ ਬੁੱਚੜ ਬਣਿਆ। ਇਸਨੇ ਕੀ ਕੀਤਾ? ਅਨੇਕਾਂ ਸਿੰਘਾਂ ਦਾ ਘਾਣ ਕੀਤਾ। ਸੰਤਾਂ ਤੋਂ ਬਾਅਦ ਵੀ ਕੋਈ
ਸਿੰਘਾਂ ਦਾ ਘਾਣ ਰੁਕਿਆ ਨਹੀਂ। ਇਸਨੇ ਕਿ ਜੇਲ੍ਹਾਂ ਦੇ ਵਿੱਚ ਘਰਾਂ ਦੇ ਵਿੱਚ ਮੁੰਡੇ ਚੱਕ ਕੇ ਉਹਨਾਂ ਨੂੰ ਭਾਈ ਗੁਰਦੇਵ ਸਿੰਘ ਦੇਬੂ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ। ਠੀਕ ਆ ਜੀ। ਭਾਈ ਕੁਲਵੰਤ ਸਿੰਘ ਨਾਗੋਗੂ ਨੂੰ ਸ਼ਹੀਦ ਕੀਤਾ ਗਿਆ। ਰਛਪਾਲ ਸਿੰਘ ਸੁਰਿੰਦਰ ਸਿੰਘ ਸੋਢੀ ਜੀ ਹੋਏ, ਇੱਕ ਕਾਰ ਸੇਵਾ ਵਾਲੇ ਮਹਾਂਪੁਰਖ ਚਰਨ ਸਿੰਘ ਜੀ ਹੋਏ, ਤੇ ਇਹਨਾਂ ਨੂੰ ਜੀਪਾਂ ਦੇ ਨਾਲ ਬੰਨ੍ਹ ਕੇ ਦੋ ਹਿੱਸੇ ਕਰ ਦਿੱਤੇ ਗਏ ਸਰੀਰ ਦੇ ਉਹਨਾਂ ਦੇ। ਫਿਰ ਉਸ ਨੂੰ ਬੇਅੰਤੇ ਬੋਚਣ ਨੂੰ ਚੰਡੀਗੜ੍ਹ ਬੁਲਾਇਆ, ਉੱਥੇ ਉਹਨਾਂ ਨੂੰ ਸੋਧਿਆ ਗਿਆ। ਜਤਿੰਦਰ ਦੇਖੋ, ਆਪਾਂ ਗੱਲ ਕਰਦੇ ਯੋਧਿਆਂ ਦੀ ਜੀ, ਪਰ 1990 ਤੋਂ ਬਾਅਦ ਇੱਕ ਦੌਰ ਸ਼ੁਰੂ ਹੋ ਗਿਆ। 2000 ਤੱਕ ਆਉਂਦੇ ਹਰ ਇੱਕ ਵੀਡੀਓ ਵਿੱਚ ਸਿੱਖਾਂ ਨੂੰ ਇੱਕ ਕਾਮੇਡੀ ਦੇ ਤੌਰ ਤੇ ਲੈਣ ਲੱਗ ਪਏ। ਇਹ ਤੁਹਾਨੂੰ ਕੀ ਲੱਗਦਾ, ਇਹਦੇ ਪਿੱਛੇ ਵੀ ਕੋਈ ਪੋਲਿਟਿਕਸ ਸੀਗੀ, ਕੋਈ ਛੜਯੰਤਰ ਸੀਗਾ ਕਿ ਇਮੇਜ ਨੂੰ ਹੀ ਚੇਂਜ ਕਰ ਦਿੱਤਾ ਜਾਵੇ? ਔਰ ਸਿੰਗਿੰਗ ਵੱਲ ਬਹੁਤ ਆ ਗਿਆ ਯੂਥ ਜੀ, ਔਰ ਉਸ ਤੋਂ ਇਲਾਵਾ ਜਿਹੜੇ ਨੌਜਵਾਨ ਨੇ ਉਹ ਵਿਦੇਸ਼ ਪੜ੍ਹਨ ਜਾਣ ਲੱਗ ਪਏ। ਇੱਥੇ ਬ੍ਰੇਨ ਡਰੇਨ ਹੋਣ ਲੱਗ ਪਿਆ, ਮਤਲਬ ਇੱਥੋਂ ਬੱਚੇ ਵਿਦੇਸ਼ ਜਾਣ ਲੱਗ ਪਏ, ਬ੍ਰੇਨ ਡਰੇਨ ਹੋਣ ਲੱਗ ਪਿਆ। ਜਵਾਨੀ ਜਿਹੜੀ ਆ ਜਾਂ ਨਸ਼ਿਆਂ ਵਿੱਚ ਪੈ ਗਈ ਜਾਂ ਵਿਦੇਸ਼ ਜਾਣ ਨੂੰ ਆਪਣਾ ਹੀ ਮੇਨ ਮੁੱਖ ਜਿਹੜੀ ਉਹ ਧਾਰਨਾ ਬਣ ਗਈ। ਦੇਖੋ ਨਾ, ਜੋ 1984 ਤੋਂ ਬਾਅਦ ਜੋ ਮੁੱਖ ਮੰਤਰੀ ਬਣਿਆ ਬੇਅੰਤ ਸਿੰਘ, ਉਸਨੇ ਲੋਕਾਂ ਦੇ ਮਨਾਂ ਵਿੱਚ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਬਹੁਤ ਖੁਸ਼ਹਾਲ ਹੈ। ਉਸਨੇ ਮੇਲੇ ਲਗਾਉਣੇ ਸ਼ੁਰੂ ਕਰ ਦਿੱਤੇ। ਜੋ ਆ ਖਾੜੇ ਲੱਗਦੇ ਨਾ, ਆਪਾਂ ਕਹਿੰਦੇ ਖਾੜੇ ਲੱਗਦੇ, ਮੇਲੇ ਲੱਗਦੇ ਆ, ਇਹ ਸਭ ਉਸ ਦੀ ਦੇਣ ਹੈ। ਅੱਜ ਸਾਨੂੰ ਕੋਈ ਮਜ਼ਬੂਤ ਲੀਡਰ ਨਹੀਂ ਮਿਲ ਰਿਹਾ। ਜਿਹੜਾ ਹੁੰਦਾ ਆ 2-4 ਦਿਨ ਬੈਠਦਾ, ਉਸ ਨੂੰ ਪੈਸੇ ਮਿਲ ਜਾਂਦੇ, ਵਿਕ ਜਾਂਦਾ, ਉੱਡ ਜਾਂਦਾ ਹੈ। ਉਹ ਤਾਂ ਕੋਈ ਦੀਨ ਧਰਮ ਹੀ ਨਹੀਂ ਹੈਗਾ। ਹਰ ਇੱਕ ਨੂੰ ਆਪਣੇ ਮੱਥੇ ਟਿਕਾਣ ਦੀ ਪਈ ਆ। ਗੱਡੀਆਂ ਜਿਹਨੂੰ ਮਹਿੰਗੀਆਂ ਕਾਰਾਂ ਦੇ ਵਿੱਚ ਘੁੰਮਣ ਦਾ ਹੋਵੇ, ਉਸ ਨੂੰ ਕਿਹਾ ਕੋਈ ਮਰਦਾ ਕੋਈ ਮਰੇ, ਉਸ ਨੂੰ ਆਪਣੇ ਕਿਸੇ ਦੇ ਨਾਲ ਕੋਈ ਲਿੰਕ ਨਹੀਂ ਆ। ਅੱਜ ਸਾਡੀ ਕੌਮ ਇੱਕ ਸਿੱਖ ਲੀਡਰ ਤੋਂ ਹੀ ਨਹੀਂ ਆ, ਕਿਉਂਕਿ ਉਸ ਵੇਲੇ ਗਿਆਨੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਸਨ, ਉਹ ਕਹਿ ਰਹੇ ਸਨ ਕਿ ਤੁਸੀਂ ਕੋਈ ਗੱਲ ਨਹੀਂ, ਮੈਂ ਸਾਂਭੂਗਾ। ਅੱਜ ਕੋਈ ਸਾਂਭਣ ਵਾਲਾ ਹੈ ਨਹੀਂ। ਜਿੰਨੇ ਵੀ ਅੱਜ ਜੇ ਉੱਥੇ ਜੋ ਟਕਸਾਲ ਦੇ ਮਹਾਂਪੁਰਖ ਅੱਜ ਹਨ, ਉਹ ਜੋ ਉਹਨਾਂ ਦਾ ਪ੍ਰਭਾਵ ਉਹ ਮਹਾਂਪੁਰਖਾਂ ਵਾਂਗੂ ਮੇਰੇ ਖਿਆਲ ਦੇ ਨਾਲ ਨਹੀਂ ਉਹਨਾਂ ਦਾ ਅੱਜ ਦੇ ਸਮੇਂ ਦੇ ਵਿੱਚ ਪਿਆ। ਕਿਉਂਕਿ ਇੱਕ ਦੁਕਾਨ ਦੇ ਵਿੱਚ ਸੰਤ ਮਹਾਂਪੁਰਸ਼ਾਂ ਦੀ ਫੋਟੋਆਂ ਵਿਕ ਰਹੀਆਂ ਸਨ, ਤਾਂ ਕਿਸੇ ਬੀਬੀ ਨੇ ਪੁੱਛਿਆ, ਪੱਤਰਕਾਰ ਨੇ ਪੁੱਛਿਆ ਭਾਈ ਨੂੰ ਕਿ ਆ ਬਾਕੀ ਅਕਾਲੀ ਲੀਡਰਸ਼ਿਪ ਦੀਆਂ ਫੋਟੋਆਂ ਇਹ ਕਿਉਂ ਨਹੀਂ ਵਿਕਣੀਆਂ? ਉਹ ਕਹਿੰਦੇ ਕਿ ਜਿਹੜੇ ਆਪ ਵਿਕੇ ਹੋਣ ਉਹਨਾਂ ਦੀ ਫੋਟੋਆਂ ਕਿੱਥੋਂ ਵਿਕ ਜਾਣੀਆਂ। ਠੀਕ ਹੈ ਜੀ। ਉਹ ਮਹਾਂਪੁਰਖਾਂ ਦਾ ਜੀਵਨ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿਣਾ ਤੇ ਰਹੇਗਾ। ਅੱਜ ਤੁਸੀਂ ਗੱਲ ਕੀਤੀ ਹੈ ਕਿ ਲੀਡਰ ਆਪਣੀ ਨੌਜਵਾਨੀ ਬਾਹਰ ਜਾ ਰਹੀ ਆ। ਬਾਹਰ ਕਿਉਂ ਜਾ ਰਹੀ ਹੈ ਵੀਰ ਜੀ? ਦੇਖੋ, ਮੁੰਡੇ ਨੇ M.Tech ਕੀਤੀ ਹੈ, M.Phil ਕੀਤੀ ਹੈ, B.Tech ਕੀਤੀ ਹੈ। ਇੱਥੇ ਨੌਕਰੀਆਂ 6-6 ਹਜ਼ਾਰ ਨੂੰ। ਤੁਸੀਂ ਮਾਸਟਰ ਡਿਗਰੀ ਕੀਤੀ ਹੈ? ਮੈਂ BSc IT ਕੀਤੀ ਹੈ ਜੀ, ਗ੍ਰੈਜੂਏਸ਼ਨ ਕੀਤੀ ਹੈ। 6-6 ਹਜ਼ਾਰ ਨੂੰ ਨੌਕਰੀਆਂ ਕਿਹੜਾ ਕਰ ਲਓ ਤੁਸੀਂ? 4 ਲੱਖ ਰੁਪਏ ਲਾ ਕਰਕੇ ਇੱਥੇ 6 ਹਜ਼ਾਰ ਨੂੰ ਕੋਈ ਨੌਕਰੀ ਕਰਨ ਨੂੰ ਤਿਆਰ ਆ। ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਨੌਕਰੀਆਂ ਨਹੀਂ ਬਣ ਦਿੱਤੀਆਂ। ਹੁਣ ਤੁਸੀਂ ਰਹਿੰਦੇ ਨਵੇਂ ਸ਼ਹਿਰ, ਤੁਹਾਨੂੰ ਗੁਰਦਾਸਪੁਰ ਕਹਿਤਾ ਰੋਜ਼ਗਾਰ ਮੇਲਾ, ਉੱਥੇ ਨੌਕਰੀ ਦੇ ਦਿੱਤੀ ਤੁਸੀਂ। ਉੱਥੇ ਮਿਲਦੀ ਵੀ ਪ੍ਰਾਈਵੇਟ ਨੌਕਰੀ ਹੈ ਜੀ। ਜੀ ਬਿਲਕੁਲ। ਤੁਸੀਂ ਗੁਰਦਾਸਪੁਰ ਕੀ ਲੈਣ ਜਾਣਾ 6 ਹਜ਼ਾਰ ਨੂੰ? ਖਰਚਾ ਵੀ ਨਹੀਂ ਪੂਰਾ ਹੋਣਾ। ਬਿਲਕੁਲ ਜੀ, ਹੈ ਨਾ। ਇਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਆ ਜੋ ਕਿ ਵਿਦੇਸ਼ਾਂ ਨੂੰ ਬਾਹਰ ਲੱਖਾਂ ਰੁਪਏ ਲਾ ਕੇ ਜਾ ਰਹੀ ਆ। ਪਰ ਹਾਂ, ਇੱਥੇ ਰੋਜ਼ਗਾਰ ਦੇ ਆਪਣੇ ਜੋ 40-40 ਲੱਖ ਰੁਪਏ ਲਾ ਕੇ ਤੁਸੀਂ ਬਾਹਰ ਜਾ ਰਹੇ ਹੋ, ਇੱਥੇ ਵੀ ਆਪਾਂ ਕੰਮ ਆਪਣਾ ਵਧੀਆ ਖੋਲ ਸਕਦੇ ਹਾਂ। ਪਰ ਇੱਥੇ ਹੋਰ ਪੰਗਾ ਇਹ ਆ, ਜੇ ਆਪਾਂ ਖੇਤੀ ਦੀ ਗੱਲ ਕਰੀਏ, ਜੋ ਫਸਲਾਂ ਬੀਜੀਏ ਤਾਂ ਕਾਰਪੋਰੇਟ ਦੱਬਣ ਨੂੰ ਫਿਰਦੇ ਨਾ ਜੀ। ਇੱਥੇ ਮੰਡੀਕਰਨ ਹੈ ਨਹੀਂ। ਇਹ ਦਬਾ ਸਕਦੇ ਪਰ ਹਰਾ ਨਹੀਂ ਸਕਦੇ, ਜਜ਼ਬੇ ਨੂੰ ਹਰਾ ਨਹੀਂ ਸਕਦੇ। ਅੱਛਾ, ਇੱਕ ਚੀਜ਼ ਮੈਨੂੰ ਤੁਹਾਡੀ ਗੱਲਾਂ ਚੋਂ ਮੈਨੂੰ ਵੀ ਮਹਿਸੂਸ ਹੋ ਰਹੀ ਹੈ ਕਿ ਸੰਤ ਜਰਨੈਲ ਭਿੰਡਰਾਂ ਵਾਲੇ ਲਈ ਮੈਂ ਕਹਿਣਾ ਚਾਹੂੰਗਾ ਕਿ ਸਿਰ ਦੀਜੀਏ ਪਰ ਘਾਣ ਨਾ ਕੀਜੇ, ਉਹੀ ਗੱਲ ਹੈ। ਔਰ ਉਸ ਤੋਂ ਬਾਅਦ ਦੇਖੋ ਨਾ, ਜਿਹੜੇ ਪੁੱਤਰ ਨੇ ਉਹ ਕਦੀ ਵੀ ਬਹੁਤੀ ਪਬਲਿਕ ਅਪੀਅਰੈਂਸ ਨਹੀਂ ਦਿੰਦੇ ਜੀ। ਬਿਲਕੁਲ। ਕਦੀ ਵੀ ਉਹਨਾਂ ਨੇ ਕਿਸੇ ਚੀਜ਼ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ ਸੰਤ ਜਰਨੈਲ ਭਿੰਡਰਾਂ ਵਾਲਿਆਂ ਦਾ ਨਾਮ ਲੈ ਕੇ ਬਹੁਤੇ ਲੋਕ ਬਹੁਤ ਕੁਝ ਕਮਾ ਗਏ, ਲੇਕਿਨ ਉਹਨਾਂ ਦਾ ਪਰਿਵਾਰ ਉਹ ਕਦੇ ਵੀ ਪੈਸਾ ਕਮਾਉਣ ਦੇ ਚੱਕਰ 'ਚ ਅੱਗੇ ਨਹੀਂ ਆਇਆ। ਇਸ ਕਰਕੇ ਉਹਨਾਂ ਦੀ ਸ਼ਲਾਘਾ ਜ਼ਰੂਰ ਬਣਦੀ ਹੈ, ਕਦਰ ਬਣਦੀ ਹੈ। ਜਿਤਿੰਦਰ ਤੁਸੀਂ ਕਿਹਾ ਸੀ ਕਿ ਤੁਸੀਂ ਸ਼ਬਦ ਵੀ ਸੁਣਾਉਣਾ ਚਾਹੁੰਦੇ ਹੋ? ਜੀ ਬਿਲਕੁਲ। ਸਾਡੀ ਆਡੀਅנס ਜੀ, ਮੈਂ ਮਹਾਂਪੁਰਖਾਂ ਬਾਰੇ, ਜੀਵਨ ਬਾਰੇ ਇੱਕ ਕਵਿਤਾ ਲਿਖੀ, ਮੈਂ ਸੁਣਾਉਣਾ ਚਾਹਾਂਗਾ। ਕਿਉਂਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗੇ, ਗੁਰਬਾਣੀ ਦਾ ਫਰਮਾਨ ਹੈ ਕਿ ਪਹਿਲਾਂ ਕਿਸੇ ਦੇ ਬਾਰ ਨਹੀਂ। ਸੰਤਾਂ ਨੇ ਕਿਹਾ ਸੀ ਕਿ ਚੜ ਕੇ ਆਏ ਦਾ ਲਿਹਾਜ਼ ਨਹੀਂ ਕਰਨਾ ਤੇ ਪਹਿਲਾਂ ਕਿਸੇ ਦੇ ਬਾਰ ਨਹੀਂ ਕਰਨਾ। ਠੀਕ ਆ ਜੀ। ਕਿਉਂਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਕਿ ਬਿਨਾਂ ਗੱਲ ਤੋਂ ਕਿਸੇ ਨੂੰ ਡਰਾਉਣਾ ਨਹੀਂ ਤੇ ਨਾ ਕਿਸੇ ਤੋਂ ਡਰਨਾ। ਹੁਣ ਮੈਂ ਕਿਰਪਾਨ ਪਾਈ ਹੈ, ਸੈਲਫ ਡਿਫੈਂਸ ਲਈ ਹਥਿਆਰ ਨੂੰ ਸਾਰਿਆਂ ਦਾ ਸਤਿਕਾਰ। ਜੀ ਬਿਲਕੁਲ। ਇਹ ਨਹੀਂ ਕਿ ਹੁਣ ਮੇਰੇ ਨਾਲ ਕਿਸੇ ਦੀ ਲੜਾਈ ਹੋ ਗਈ ਤੇ ਮੈਂ ਕਿਰਪਾਨ ਕੱਢ ਕੇ ਉਸ ਨੂੰ ਮਾਰ ਦੇਣਾ, ਬਿਲਕੁਲ ਨਹੀਂ। ਕਿਸੇ ਧੀ ਭੈਣ ਦੀ ਰੱਖਿਆ ਲਈ, ਕਿਸੇ ਗਊ ਗਰੀਬ ਦੇ ਨਜਾਇਜ਼ ਕਿਸੇ ਨੂੰ ਹੋ ਰਿਹਾ, ਤੰਗ ਕਰ ਰਿਹਾ ਹੈ, ਤਾਂ ਮੈਨੂੰ ਜਤਿੰਦਰ ਇੱਥੇ ਬੈਠੇ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਸਹੀ ਸਿੱਖੀ ਸਰੂਪ ਵਾਲੇ ਵਿਅਕਤੀ ਨੂੰ ਮਿਲਿਆ, ਸਹੀ ਯੋਧੇ ਨੂੰ ਮਿਲ ਰਿਹਾ ਜੀ। ਵੀਰ ਜੀ, ਪਰਮਾਤਮਾ ਦੀ ਕਿਰਪਾ ਹੈ ਕੋ ਸਾਡੇ ਵਿੱਚ। ਅਗਰ ਇਹੋ ਜੀ ਸੋਚ ਪੂਰੇ ਪੰਜਾਬ ਦੀ ਹੋ ਜਾਵੇ ਤਾਂ ਸਹੀ ਮਾਇਨੇ ਵਿੱਚ ਇਹ ਖਾਲਸ ਹੋ ਜਾਏਗਾ। ਖਾਲਸ ਆਪਣੇ ਆਪ ਨੂੰ ਪਿਓਰ ਉਹਨੂੰ ਕਿਹਾ ਜਾਂਦਾ, ਜਿਹੜਾ ਪਿਓਰ ਹੋਵੇ, ਸ਼ੁੱਧ ਹੋਵੇ। ਦੇਖੋ ਜੀ, ਆਪਾਂ ਕਹਿ ਰਹੇ ਹਾਂ ਕਿ ਸਾਰੇ ਖਾਲਸੇ ਸਾਜੋ, ਆਪਾਂ ਆਪਣੇ ਇਤਿਹਾਸ ਤੋਂ ਹੀ
ਭਟਕੇ ਫਿਰਦੇ ਹਾਂ, ਸਾਨੂੰ ਇਤਿਹਾਸ ਹੀ ਨਹੀਂ ਪਤਾ। ਹੁਣ ਤੁਸੀਂ ਕਿਸੇ ਵੀਰ ਨੂੰ ਪੁੱਛ ਲਓ 10 ਗੁਰੂਆਂ ਦੇ ਨਾਮ, ਕਿਸੇ ਗਾਤਰੇ ਪਾਏ ਕਿਸੇ ਸਿੰਘ ਨੂੰ, ਉਹ 10 ਗੁਰੂਆਂ ਦੇ ਨਾਮ ਹੀ ਨਹੀਂ ਪਤਾ। ਆਪਣੇ ਸਾਨੂੰ ਆਪਣੇ ਇਤਿਹਾਸ, ਤੁਸੀਂ ਬਹੁਤਾਤ ਵਿੱਚ ਕਹਿ ਰਹੇ ਹੋ ਕਿ ਸਾਰਿਆਂ ਨੂੰ ਨਹੀਂ ਪਤਾ, ਥੋੜੇ ਨਹੀਂ ਥੋੜੇ ਜੀ ਜ਼ਰੂਰੀ ਨਹੀਂ, ਸਾਰੇ ਕੁਝ % ਲੋਕ ਆ ਜਿਨ੍ਹਾਂ ਨੂੰ ਕਿ ਆਪਣੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ। ਠੀਕ ਆ ਜੀ। ਵਿਤਕਰਾ ਅੱਜ ਆਪਣੇ ਕੌਮ ਦੇ ਨਾਲ ਲੋਕੀ ਟੁੱਟ ਕਿਉਂ ਰਿਹਾ? ਕਿਉਂਕਿ ਆਪਾਂ ਜਾਤਾਂ ਪਾਤਾਂ ਦੇ ਵਿੱਚ ਵਿਤਕਰਾ ਹੋ ਰਿਹਾ ਬਹੁਤ ਸਾਰਾ। ਜਾਤਾਂ ਅੱਜ ਮੈਂ ਜਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਫ਼ਰਤ ਲਈ ਔਰ ਜਾਤ ਪਾਤ ਲਈ ਕੋਈ ਜਗ੍ਹਾ ਹੀ ਨਹੀਂ ਹੈ। ਜੀ ਮੈਂ ਬਿਲਕੁਲ ਇਹ ਕਹਿਣ ਚਾਹ ਰਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਅੱਜ ਸੱਚਾਈ ਦੱਸ ਰਿਹਾ ਕਿ ਅਸੀਂ ਕਿਸੇ ਘਰ ਪ੍ਰਸ਼ਾਦਾ ਛਕਣ ਗਏ, ਉਹਨਾਂ ਨੇ ਕਿਹਾ 5 ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ, ਪਰ ਇੱਕ ਸਾਡਾ ਸੱਜਣ ਉੱਥੇ ਨਹੀਂ, ਅਸੀਂ ਦੇਖਿਆ ਵੀ ਉਹ ਬੰਦੇ ਨੂੰ ਕਿਉਂ ਨਹੀਂ ਬੁਲਾਇਆ ਗਿਆ। ਉਹ ਮੇਰੇ ਵੀਰ ਨੇ ਦੱਸਿਆ ਕਿ ਉਹ ਨੀਵੀਂ ਕਾਸਟ ਦਾ ਹੈ, ਉਸ ਨੂੰ ਨਹੀਂ ਬੁਲਾਉਣਾ। ਮੈਨੂੰ ਇਸ ਲਈ ਇੰਨੀ ਖਿੱਚ ਚੜੀ ਕਿ ਮੈਂ ਯਾਰ ਵੀ ਇਹਨਾਂ ਨੇ ਗਾਤਰਾ ਉਦੋਂ ਵੀ ਕਹਿ ਸਕਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ 50 ਪਿਆਰਿਆਂ ਨੂੰ ਕਿ ਸਾਨੂੰ ਵੱਖਰੇ ਬਾਟੇ ਵਿੱਚ ਅੰਮ੍ਰਿਤ ਛਕਾਓ। ਜਦ ਮਹਾਰਾਜ ਨੇ ਕਹਿ ਦਿੱਤਾ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਕੋ, ਜਾਤ ਪਾਤ ਖਤਮੇ ਕਰ ਦਿੱਤੀ। ਫਿਰ ਜਾਤਾਂ ਪਾਤਾਂ ਤੁਸੀਂ ਅੱਜ ਫਿਰ ਉਸੇ ਭਰਮ ਭੁਲੇਖੇ 'ਚ ਪਏ, ਤਾਂ ਹੀ ਸਾਡੇ ਨਾਲ ਕੱਲ ਵੀ ਮੈਂ ਸੰਤ ਜੀ ਦੀ ਇੱਕ ਵੀਡੀਓ ਦੇਖ ਰਿਹਾ ਸੀ, ਉਹ ਤਾਂ ਸਮਾਂ ਕਿ ਸਾਰਿਆਂ ਨੂੰ ਜੋੜ ਰਹੇ ਸੀ ਕਿ ਇਹਦੇ ਵਿੱਚ ਰਵਿਦਾਸ ਮਹਾਰਾਜ ਦੀ ਵੀ ਬਾਣੀ ਹੈ, ਕਬੀਰ ਜੀ ਦੀ ਵੀ ਬਾਣੀ ਹੈ, ਵੱਖੋ ਵੱਖ ਹੋਰ ਕਈ ਨਾਮ ਲਏ। ਬਿਲਕੁਲ ਜੀ, ਤੁਸੀਂ ਸ਼ਬਦ ਜ਼ਰੂਰ ਜਿਹੜਾ ਇੱਕ ਵਾਰੀ ਸਾਡੀ ਜਨਤਾ ਦੇ ਸਨਮੁਖ ਕਰੋ। ਜੋ ਮੈਂ ਆਪ ਹੀ ਲਿਖਿਆ ਜੀ। ਜੀ ਹਾਂ ਜੀ। ਬੜਾ ਮਾਣ ਸੀ ਕਰਦੀ ਫੌਜ ਹਿੰਦੁਸਤਾਨ ਦੀ, ਕਹਿੰਦੇ ਫੜ ਕੇ ਪਿੰਡਰਾਂ ਵਾਲਾ ਦਿੱਲੀ ਲੈ ਜਾਣਾ, ਕਹਿੰਦੇ ਫੜ ਕੇ ਪਿੰਡਰਾਂ ਵਾਲਾ ਦਿੱਲੀ ਲੈ ਜਾਣਾ। ਕਹਿਣੇ ਵਾਲੇ ਕਹਿੰਦੇ ਰਹਿਣਗੇ ਅੱਤਵਾਦੀ ਸੰਤਾਂ ਨੂੰ, ਰਹਿੰਦੀ ਦੁਨੀਆ ਤੱਕ ਸੰਤਾਂ ਦਾ ਨਾਮ ਹੈ ਰਹਿ ਜਾਣਾ, ਰਹਿੰਦੀ ਦੁਨੀਆ ਤੱਕ ਸੰਤਾਂ ਦਾ ਨਾਮ ਹੈ ਰਹਿ ਜਾਣਾ। ਮਤਾ ਆਨੰਦਪੁਰ ਵਾਲਾ ਸੰਤਾ ਨੇ ਸੀ ਜੋ ਰੱਖਿਆ, ਉਹ ਦੱਸੋ ਜਿਸ ਦਾ ਮਕਸਦ ਲੋਕਾਂ ਨੂੰ ਬਣਦੇ ਹੱਕ ਦਿਵਾਉਣੇ ਸੀ। ਮਤਾ ਆਨੰਦਪੁਰ ਵਾਲਾ ਸੰਤਾ ਨੇ ਸੀ ਜੋ ਰੱਖਿਆ, ਜਿਸ ਦਾ ਮਕਸਦ ਲੋਕਾਂ ਨੂੰ ਬਣਦੇ ਹੱਕ ਦਿਵਾਉਣੇ ਸੀ। ਕਈ ਕਹਿੰਦੇ ਕੀ ਲੋੜ ਪਈ ਸੀ ਮੰਗਾ ਰੱਖਣੇ ਦੀ, ਉਹ ਦੱਸੋ ਕਮਲਿਓ ਸੰਤਾਂ ਨੇ ਕਿਹੜਾ ਹੱਲ ਚਲਾਉਣੇ ਸੀ। ਸਰੀਰ ਦੇ ਮਰਨ ਨੂੰ ਕਹਿੰਦੇ ਮਰਨਾ ਹੁੰਦਾ ਨਹੀਂ ਲੋਕੋ, ਜ਼ਮੀਰ ਮਰੇ ਤਾਂ ਹੁੰਦਾ ਮਰਨਾ ਸੰਤਾਂ ਦਾ ਕਹਿ ਜਾਣਾ। ਕਹਿਣੇ ਵਾਲੇ ਕਹਿੰਦੇ ਰਹਿਣਗੇ ਅੱਤਵਾਦੀ ਸੰਤਾਂ ਨੂੰ, ਰਹਿੰਦੀ ਦੁਨੀਆ ਤੱਕ ਸੰਤਾਂ ਦਾ ਨਾਮ ਹੈ ਰਹਿ ਜਾਣਾ। ਗਰੀਬਾਂ ਤੇ ਮਜਲੂਮਾਂ ਦਾ ਸੀ ਰਾਖਾ ਜੋ ਬਣਿਆ, ਹੱਕ ਸੱਚ ਤੇ ਰਾਹ ਤੇ ਤੁਰਨੇ ਵਾਲਾ ਸੀ ਪਾਂਦੀ। ਬੜਾ ਖਰੀਦਣਾ ਚਾਹਿਆ ਕਹਿੰਦੇ ਪਿੰਡਰਾਂ ਵਾਲੇ ਨੂੰ, ਮਿੰਤਾ ਤਰਲੇ ਕਰਦੀ ਰਹਿ ਗਈ ਸੁਣਿਆ ਇੰਦਰਾ ਗਾਂਧੀ। ਕਹਿੰਦੀ ਸ਼ਕਤੀ ਮਿਲਦੀ ਨਾ ਨੂੰ ਤਖਤ ਅਕਾਲ ਤੋਂ, ਆਪੇ ਮੁਰਮੁਕ ਜਾਊ ਜੇਕਰ ਤਖਤ ਹੀ ਟਹਿ ਜਾਣਾ। ਸੋ ਜਤਿੰਦਰ ਜੀ ਬਹੁਤ ਚੰਗਾ ਲੱਗਿਆ ਮੈਨੂੰ ਇਹ ਸ਼ਬਦ ਸੁਣ ਕੇ, ਔਰ ਮੈਂ ਵੀ ਜਿਹੜੀ ਆਡੀਅנס ਹੈ ਉਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ, ਦੁਨੀਆ ਤੋਂ ਕੀ ਲੈ ਜਾਣਾ, ਦੁਨੀਆ ਤੋਂ ਕੀ ਲੈ ਜਾਣਾ, ਰੂਹ ਨੂੰ ਫਕੀਰ ਰੱਖਿਓ, ਮਸਲੇ ਹੱਲ ਹੋਣਗੇ, ਕਾਲੇ ਕਾਨੂੰਨ ਵੀ ਵਾਪਸ ਹੋਣਗੇ, ਬਸ ਜਾਗ ਦੀ ਜ਼ਮੀਰ ਰੱਖਿਓ। ਦੇਖੋ ਜਾਗ ਦੀ ਜ਼ਮੀਰ ਰੱਖਿਓ। ਵੀਰ ਜੀ ਗੁਰਬਾਣੀ ਦਾ ਫਰਮਾਨ ਹੈ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਮੈਂ ਅਵਗੁਣ ਨਾਲ ਭਰਿਆ ਹੋਇਆ ਹਾਂ, ਕੋਈ ਮੇਰੇ ਵਿੱਚ ਗੁਣ ਨਹੀਂ, ਜੋ ਪਰਮਾਤਮਾ ਦੀ ਕਿਰਪਾ ਦੇ ਸਦਕਾ ਹੀ ਮੈਂ ਬੋਲ ਰਿਹਾ ਹਾਂ, ਕਿਉਂਕਿ ਜੋ ਪਰਮਾਤਮਾ ਬੁਲਾ ਰਿਹਾ ਮੈਂ ਤਾਂ ਹੀ ਬੋਲ ਰਿਹਾ ਹਾਂ, ਉਸ ਦੀ ਕਿਰਪਾ। ਕਣ ਕਣ ਵਿੱਚ ਉਹ ਅਕਾਲ ਹੈ ਜੀ, ਬਿਲਕੁਲ ਜੀ, ਸਦਾ ਸਾਡੇ ਨਾਲ ਹੈ। ਬਿਲਕੁਲ ਜੀ, ਬਿਲਕੁਲ। ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਪਰਮਾਤਮਾ ਕਿੱਥੇ? ਆਪਣੇ ਅੰਦਰ ਹੈ। ਜੋ ਖੋਜੈ ਸੋ ਪਾਵੈ, ਜੋ ਬ੍ਰਹਮੰਡੇ ਸੋਈ ਪਿੰਡੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਬਿਲਕੁਲ ਜੀ, ਬਿਲਕੁਲ। ਸੋ ਇਤਿਹਾਸ ਸੁਣਾਉਂਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਗਈਆਂ ਹਨ, ਸੰਗਤਾਂ ਸਾਰੀਆਂ ਇਤਿਹਾਸ ਤੋਂ ਜਾਣਕਾਰ ਹਨ। ਮੇਰੇ ਕੋਲ ਜੇਕਰ ਕੋਈ ਵੱਧ ਘੱਟ ਬੋਲ ਗਿਆ ਹੋਵੇ, ਜੇਕਰ ਤੋਂ ਆਪ ਜੀ ਗੁਰੂ ਬਖਸ਼ਣਹਾਰ ਹੈ, ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਬਹੁਤ ਬਹੁਤ ਧੰਨਵਾਦ PB ਬੱਤੀ ਚੈਨਲ ਵਾਲੇ ਵੀਰਾਂ ਦਾ, ਜਿਨ੍ਹਾਂ ਨੇ ਦਾਸ ਨੂੰ ਇੰਨਾ ਮਾਣ ਬਖਸ਼ਿਆ। ਮੈਂ ਕੋਟਾਨ ਕੋਟ ਧੰਨਵਾਦ ਕਰਦਾ ਹਾਂ, ਇਹਨਾਂ ਦਾ ਦੇਣ ਨਹੀਂ ਦੇ ਸਕਦਾ। ਸੋ ਪ੍ਰਮਾਤਮਾ ਕਿਰਪਾ ਕਰੇ, ਵੀਰਾਂ ਦੀ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ, ਚੈਨਲ ਹੋਰ ਬੁਲੰਦੀਆਂ ਨੂੰ ਛੂਹੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ ਅੱਜ ਸਾਨੂੰ ਵੀ ਬੜਾ ਚੰਗਾ ਲੱਗਿਆ ਜੀ, ਸਾਡੇ ਯੂਥ ਨਾਲ ਮਿਲ ਕੇ। ਯੂਥ ਨੇ ਇਤਿਹਾਸ ਨਾਲ ਵੀ ਸਾਨੂੰ ਜੋੜਿਆ, ਜਤਿੰਦਰ ਜੀ ਨੇ ਸਾਨੂੰ ਇਤਿਹਾਸ ਨਾਲ ਜੋੜਿਆ। ਬੜੇ ਸੁਚੇਤ ਨੇ, ਬੜੇ ਸੁਹਿਰਦ ਨੇ। ਵੱਡੀ ਗੱਲ ਇਹ ਹੈ
ਕਿ ਇਹਨਾਂ ਦੀ ਗੱਲਾਂ 'ਚੋਂ ਹੀ ਗੱਲ ਕਰਦੇ ਸਾਨੂੰ ਵੀ ਮਹਿਸੂਸ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੈ, ਜਾਤ ਪਾਤ ਲਈ ਕੋਈ ਜਗ੍ਹਾ ਨਹੀਂ ਹੈ। ਸਾਨੂੰ ਸਿੱਖੀ ਸਿਧਾਂਤਾਂ 'ਤੇ ਚੱਲਦੇ ਹੋਏ ਏਕਤਾ ਦੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ, ਅਨੇਕਤਾ ਵਿੱਚ ਏਕਤਾ ਨੂੰ ਲੱਭਣਾ ਚਾਹੀਦਾ। ਇਕੱਠੇ ਰਹਾਂਗੇ, ਇੱਕ ਦੂਜੇ ਦਾ ਸਾਥ ਦਿੰਦੇ ਰਹਾਂਗੇ ਤਾਂ ਦੁਨੀਆ ਸੋਹਣੀ ਲੱਗੇਗੀ, ਸੁਚੱਜੀ ਲੱਗੇਗੀ। ਅਗਰ ਵਿਖਰ ਗਏ ਤਾਂ ਕਿਸੇ ਨੇ ਵੀ ਸਾਨੂੰ ਆ ਕੇ ਦਬੋਚ ਲੈਣਾ। ਹਾਂ, ਪਰ ਇੰਨੀ ਗੱਲ ਜ਼ਰੂਰ ਹੈ, ਇਹ ਦਬਾ ਸਕਦੇ ਨੇ ਪਰ ਹਰਾ ਨਹੀਂ ਸਕਦੇ। ਤੁਸੀਂ ਬਣੇ ਰਹਿਣਾ ਵੀ ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀ ਦਿਨੇਸ਼ੂਰੀ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਇਜਾਜ਼ਤ ਦੇਣਾ। ਬਹੁਤ ਜਲਦੀ ਫਿਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।